ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਫਿਰ ਪੰਨ ਸਾਹਿਬ ਨਾਲ ਚਰਚਾ ਕਰਾਂਗੇ। ਇੱਕ ਤਾਂ ਦੁਨੀਆ ਭਰ 'ਚ ਕਰੋਨਾ ਦੇ ਕੀ ਹਾਲਾਤ ਨੇ, ਉਹਨੂੰ ਲੈ ਕੇ ਹੁਣ ਗਾਂ ਜਿਹੜਾ ਇਕਨੋਮੀ ਨੂੰ ਦੇਖਦਿਆਂ ਹੋਇਆਂ ਬਹੁਤ ਸਾਰੇ ਦੇਸ਼ ਖੁੱਲ੍ਹਾਂ ਦੇਣ ਦੀ ਗੱਲ ਕਰ ਰਹੇ ਆ, ਉਹ ਕੀ ਕਹਾਣੀ ਆ। ਕੁਝ ਥਾਵਾਂ ਦੇ ਉੱਪਰ ਜਿਹੜੇ ਕੇਸ ਵਧੇ ਨੇ, ਉਹਦਾ ਕਰਕੇ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਵੀ ਹੋਣ ਲੱਗ ਪਈ ਆ। ਕਰੋਨਾ ਨੂੰ ਧਰਮ ਦਾ ਪਹਿਰਾਵਾ ਜਿਹੜਾ ਉਹ ਵੀ ਪਹਿਨਾਉਣ ਦੀ ਗੱਲ ਚੱਲ ਪਈ। ਦੇਸ਼ਾਂ 'ਚ ਟਸਲ ਵੀ ਹੋ ਗਈ ਤੇ ਮਾੜੀ ਗੱਲ ਇਹ ਹੋ ਗਈ ਕਿ ਜਿਹੜੇ ਡਾਕਟਰ ਇਹਨਾਂ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਬਚਾ ਰਹੇ ਨੇ, ਉਹ ਵੀ ਡਿਪਰੈਸ਼ਨ 'ਚ ਜਾ ਕੇ ਤੇ ਖੁਦਕੁਸ਼ੀ ਤੱਕ ਕਰ ਰਹੇ ਨੇ। ਇਹੋ ਜਿਹਾ ਕੇਸ ਇੱਕ ਲੇਡੀ ਡਾਕਟਰ ਦਾ ਅਮਰੀਕਾ ਤੋਂ ਸਾਹਮਣੇ ਆਇਆ। ਆਪਾਂ ਉਹਦੇ 'ਤੇ ਵੀ ਗੱਲ ਕਰਾਂਗੇ। ਬਾਕੀ ਕੁਝ ਖਬਰਾਂ ਹੋਰ ਨੇ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਪੰਨ ਸਾਹਿਬ, ਕਰੋਨਾ ਵਾਲੇ ਪਾਸੇ ਜਾਣ ਤੋਂ ਪਹਿਲਾਂ ਇੱਕ ਖਬਰ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਚਾਹੁੰਦਾ। ਇੱਕ ਦਿੱਲੀ ਤੋਂ ਅੰਮ੍ਰਿਤਸਰ ਵਾਇਆ ਕਟੜਾ, ਜੰਮੂ ਕਟੜਾ ਦੇ ਲਈ ਇੱਕ ਹਾਈਵੇ ਬਣਨਾ, ਜਿਹਨੂੰ ਕਹਿੰਦੇ ਐਕਸਪ੍ਰੈਸ ਵੇ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਵਿੰਗ ਵਾਲੇ ਆ ਉਹ ਦੂਰ ਹੋ ਜਾਣੇ ਸੀ ਤੇ ਬਹੁਤ ਹਾਈ ਸਪੀਡ ਨਾਲ ਟ੍ਰੈਫਿਕ ਚੱਲਣਾ ਸੀ। ਉਹਦੇ 'ਚ ਹੁਣ ਇਹ ਸੁਣਨ 'ਚ ਆ ਰਿਹਾ ਹੈ ਕਿ ਜੀ ਅੰਮ੍ਰਿਤਸਰ ਜਿਹੜਾ ਹੈ ਉਹਨੂੰ ਉਹਦੇ 'ਚੋਂ ਬਾਹਰ ਕਰ ਦਿੱਤਾ ਤੇ ਹੁਣ ਉਹ ਦਿੱਲੀੋਂ ਇੱਧਰ ਜਲੰਧਰੋਂ ਵੀ ਬਾਈਪਾਸ ਹੋ ਕੇ ਤੇ ਬਾਹਰ ਉਹ ਜਿਹੜਾ ਐਕਸਪ੍ਰੈਸ ਵੇ ਆ ਉਹ ਚਲੇ ਜਾਣਾ। ਹੁਣ ਅੰਮ੍ਰਿਤਸਰ ਦੀ ਤੇ ਇੱਕ ਵੱਖਰੀ ਇੰਪੋਰਟੈਂਸ ਆ ਤੇ ਏਡੇ ਵੱਡੇ ਪ੍ਰੋਜੈਕਟ 'ਚੋਂ ਪਹਿਲਾਂ ਹੋਣ ਦੇ ਬਾਅਦ ਹੁਣ ਅੰਮ੍ਰਿਤਸਰ ਨੂੰ ਬਾਹਰ ਕਰ ਦੇਣਾ, ਇਹ ਸਾਰੇ ਕੁਝ ਨੂੰ ਸਮਝਾਓ ਜਰਾ। ਗੁਰਪ੍ਰੀਤ ਜੀ, ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਨਾ ਕਿ ਡਾਕਟਰ ਵੀ ਡਿਪਰੈਸ਼ਨ 'ਚ ਜਾਣ ਲੱਗ ਪਿਆ ਜੀ, ਜਿਹੜੀ ਅਮਰੀਕਾ ਵਾਲੀ ਬੀਬੀ ਡਾਕਟਰ ਨੇ ਖੁਦਕੁਸ਼ੀ ਕੀਤੀ, ਉਹਦੇ ਸੰਬੰਧ ਵਿੱਚ ਇਹ ਪਹਿਲਾਂ ਹੀ ਕਹਿ ਦਿਆਂ ਕਿ ਮੇਰਾ ਆਪਣਾ ਮਨ ਬਹੁਤ ਉਹ ਤੋਂ ਖਰਾਬ ਹੋਇਆ ਜੀ ਉਸ ਖੁਦਕੁਸ਼ੀ ਤੋਂ। ਮੈਂ ਇਹਦੇ ਸੰਬੰਧ 'ਚ ਦਰਸ਼ਕਾਂ ਨਾਲ ਕੁਝ ਉਚੇਚੀ ਗੱਲ ਕਰਨੀ ਚਾਹੁੰਦਾ, ਜਿਹੜੀ ਅਸੀਂ ਥੋੜ੍ਹਾ ਚਲੋ ਠਹਿਰ ਕੇ ਕਰ ਲਾਂਗੇ, ਕਿਉਂਕਿ ਪਹਿਲਾ ਸਵਾਲ ਤੁਹਾਡਾ ਦਿੱਲੀ ਕਟਰਾ ਹਾਈਵੇ ਬਾਰੇ ਆ ਗਿਆ ਜੀ। ਜਿਹੜਾ ਦਿੱਲੀ ਕਟਰਾ ਹਾਈਵੇ ਆ, ਇਹ ਪਹਿਲਾਂ ਦਿੱਲੀ ਅੰਮ੍ਰਿਤਸਰ ਕਟਰਾ ਸੀ ਜੀ। ਅਜੇ ਅੱਜ ਜਨਵਰੀ ਜਿਹੜਾ ਲੰਘਿਆ, ਇਹ ਤੋਂ ਬਾਅਦ ਅਪ੍ਰੈਲ ਤੱਕ ਸਿਰਫ 3.5 ਮਹੀਨੇ ਹੋਏ ਨੇ। ਜਨਵਰੀ ਦੇ ਵਿੱਚ ਇੱਕ ਮੀਟਿੰਗ ਹੋਈ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਵੀ ਸਨ ਜੀ। ਅੰਮ੍ਰਿਤਸਰ ਵਿਕਾਸ ਮੰਚ ਦੇ ਚਰਨਜੀਤ ਸਿੰਘ ਗੁਮਟਾਲਾ ਉਹ ਵੀ ਸਨ। ਉੱਥੇ ਗੱਲ ਹੋਈ, ਹੋਰ ਲੋਕ ਵੀ ਸਨ, ਮੈਂ ਤਿੰਨਾਂ ਦੇ ਨਾਂ ਉਚੇਚੇ ਤੌਰ 'ਤੇ ਲਏ ਜੀ। ਉੱਥੇ ਗੱਲ ਹੋਈ ਕਿ ਇਹ ਦਿੱਲੀ ਅੰਮ੍ਰਿਤਸਰ ਕਟਰਾ ਹਾਈਵੇ ਐਕਸਪ੍ਰੈਸ ਵੇ ਹੋਵੇਗਾ। ਉਹ ਬਹੁਤ ਵੱਡਾ ਐਕਸਪ੍ਰੈਸ ਵੇ ਬਣ ਰਿਹਾ। ਅੱਗੇ ਇਸ ਤਰ੍ਹਾਂ ਦੇ ਐਕਸਪ੍ਰੈਸ ਵੇ ਦਿੱਲੀ ਤੋਂ ਜੈਪੁਰ, ਦਿੱਲੀ, ਮੁੰਬਈ ਇਸ ਤਰ੍ਹਾਂ ਬਣੇ ਨੇ, ਬਹੁਤ ਵੱਡੇ ਵੱਡੇ। ਵਾਜਪੇਈ ਸਰਕਾਰ ਵੇਲੇ ਤੋਂ ਬਣਨੇ ਸ਼ੁਰੂ ਹੋਏ ਸੀ, ਹੁਣ ਤਾਂ ਨਹੀਂ ਬਣ ਲੱਗੇ। ਇਹ ਸਾਰਾ ਕੁਝ ਤੈਅ ਹੋ ਗਿਆ। ਅੱਜ ਜਨਵਰੀ ਤੋਂ ਬਾਅਦ 3.5 ਮਹੀਨਿਆਂ 'ਚ ਕਿਹੜੀ ਬਿੱਲੀ ਰਸਤਾ ਕੱਟ ਗਈ, ਕਿਸੇ ਸਿਆਸੀ ਲੀਡਰ ਨੇ ਕੀਤਾ। ਉਹ ਕੋਈ ਭਾਜਪਾ ਦਾ ਲੀਡਰ ਹੈ ਜਾਂ ਕੋਈ ਉਹ ਕਾਂਗਰਸ ਦਾ ਲੀਡਰ ਹੈ, ਇਹ ਪਤਾ ਤਾਂ ਲੱਗਣਾ ਚਾਹੀਦਾ। ਹੁਣ ਉਹਨੂੰ ਅਚਾਨਕ ਬਦਲ ਕੇ ਉਹ 'ਚੋਂ ਅੰਮ੍ਰਿਤਸਰ ਕੱਢ ਦਿੱਤਾ ਗਿਆ, ਜਲੰਧਰ ਕੱਢ ਦਿੱਤਾ ਗਿਆ, ਦਿੱਲੀ ਲੁਧਿਆਣਾ ਕਟਰਾ ਐਕਸਪ੍ਰੈਸ ਵੇ ਬਣਾਉਣ ਦੀ ਸਕੀਮ ਸਾਹਮਣੇ ਆ ਗਈ ਜੀ। ਇਹਦੇ ਉੱਤੇ ਲੋਕਾਂ 'ਚ ਬਹੁਤ ਰੋਸ, ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਪਹਿਲਾਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਅੰਮ੍ਰਿਤਸਰ ਵਾਸਤੇ ਮਨਜ਼ੂਰ ਹੋਇਆ ਸੀ, ਜਿਨ੍ਹਾਂ ਦਾ ਸਿਆਸੀ ਦਬਦਬਾ ਸੀ, ਜਿਨ੍ਹਾਂ ਦੀ ਉਦੋਂ ਚੱਲਦੀ ਸੀ, ਉਹਨਾਂ ਨੇ ਅੰਮ੍ਰਿਤਸਰ ਤੋਂ ਪੁੱਟ ਕੇ ਬਠਿੰਡੇ ਪਹੁੰਚਾ ਦਿੱਤਾ ਜੀ। ਤੇ ਅੰਮ੍ਰਿਤਸਰ ਵਾਲੇ ਇਸ ਗੱਲ ਤੇ ਪਿੱਟਦੇ ਰਹਿ ਗਏ ਸਨ ਕਿ ਸਾਡਾ ਕੀ ਕਸੂਰ ਹੈ। ਉਹਦਾ ਤੇ ਹਰ ਗੱਲ ਨਾ ਕਹਿੰਦੇ ਆ ਗੁਰੂ ਕੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਜੀ। ਮੱਥੇ ਟੇਕਣ ਉੱਥੇ ਜਾਂਦੇ ਹੋ, ਹੋਈਆਂ ਅਣਹੋਈਆਂ ਭੁੱਲਾਂ ਬਖਸ਼ਾਉਣ ਵਾਸਤੇ ਬਾਟੀਆਂ ਜਾ ਕੇ ਉੱਥੇ ਮਾਂਜਦੇ ਹੋ। ਇਹ ਸਾਰੀਆਂ ਗੱਲਾਂ ਉੱਥੇ ਕਰਦੇ ਹੋ, ਪਰ ਉੱਥੋਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਜਿਹੜਾ ਸੀ ਜੀ, ਉਹ ਪੁੱਟ ਕੇ ਬਠਿੰਡੇ ਪਹੁੰਚਾ ਦਿੱਤਾ ਗਿਆ ਸੀ। ਮੈਂ ਬਠਿੰਡੇ ਵਾਲਿਆਂ ਦਾ ਤੇ ਵਿਰੋਧੀ ਹੈ ਨਹੀਂਗਾ, ਮੈਨੂੰ ਤਾਂ ਇਹ ਹੈ ਕਿ ਬਠਿੰਡਾ ਬੜੇ ਚਿਰ ਦਾ ਪਛੜਿਆ ਸੀ, ਬਠਿੰਡੇ ਵਾਸਤੇ ਕੁਝ ਹੋਣਾ ਚਾਹੀਦਾ ਸੀ, ਸ਼ੁਕਰਿਆ ਹੋਇਆ, ਪਰ ਉਹਦੇ ਵਾਸਤੇ ਇਹਦੇ ਬਰਾਬਰ ਦਾ ਕੋਈ ਹੋਰ ਇਸੇ ਕਿਸਮ ਦਾ ਅਦਾਰਾ ਦਿੱਤਾ ਜਾ ਸਕਦਾ। ਬਠਿੰਡੇ ਵਾਲੇ ਤੇ ਬੜੇ ਚਿਰ ਦਾ ਇੱਕ ਕੈਂਸਰ ਇੰਸਟੀਚਿਊਟ ਮੰਗਦੇ ਸੀ ਜੀ, ਕਿਉਂਕਿ ਬਠਿੰਡੇ ਤੋਂ ਕੈਂਸਰ ਦੀ ਟ੍ਰੇਨ ਬੀਕਾਨੇਰ ਨੂੰ ਜਾਂਦੀ ਪਈ ਹੈ। ਪਹਿਲਾਂ ਤਾਂ ਇਹ ਲੋੜਾ ਵੱਜਾ ਕਿ ਉਸ ਇਲਾਕੇ 'ਚ ਘੋੜਿਆਂ ਦਾ ਹਸਪਤਾਲ ਬਣ ਗਿਆ ਤੇ ਕੈਂਸਰ ਦਾ ਜਿਹੜਾ ਸੀ ਉਹ ਪਛੜ ਗਿਆ, ਕਿਉਂਕਿ ਘੋੜੇ ਸਾਰੇ ਵੱਡੇ ਲੀਡਰਾਂ ਨੇ ਘੋੜਿਆਂ ਦੇ ਤਬੇਲੇ ਬਣਾਏ ਜੀ ਤੇ ਲੋਕਾਂ ਨੂੰ ਪਛੜਾ ਦਿੱਤਾ ਗਿਆ। ਫਿਰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਜਿਹੜਾ ਅੰਮ੍ਰਿਤਸਰ 'ਚ ਆਇਆ ਸੀ, ਇੱਕ ਥਾਂ ਤੋਂ ਪੁੱਟ ਕੇ ਜਦੋਂ ਦੂਜੀ ਥਾਂ ਦਿੰਦੇ ਆ, ਉਹ ਦੂਜੀ ਥਾਂ ਵਾਲਿਆਂ ਨੂੰ ਖੁਸ਼ ਕਰਨ ਲੱਗਿਆ, ਪਹਿਲੀ ਥਾਂ ਵਾਲੇ ਜਿਹੜੇ ਆ ਉਹਨਾਂ ਦੇ ਜ਼ਖਮਾਂ ਤੇ ਲੂਣ ਧੋੜ ਦਿੰਦੇ। ਉਹ ਗਲਤ ਕੀਤਾ ਗਿਆ ਸੀ। ਜਾਂ ਪਹਿਲਾਂ ਹੀ ਅੰਮ੍ਰਿਤਸਰ ਦਾ ਨਾਂ ਨਾ ਆਉਣ ਦਿੰਦੇ ਜੀ। ਜੇ ਆ ਗਿਆ ਸੀ ਉੱਥੋਂ ਪੁੱਟ ਕੇ ਦੂਜੀ ਥਾਂ ਕੀਤਾ ਗਿਆ, ਉਹਦੇ ਨਾਲ ਉਦੋਂ ਦਾ ਉਹਨਾਂ ਨੂੰ ਰੋਸਾ ਸੀ।
ਪਰ ਉਹ ਰੋਸਾ ਉਦੋਂ ਦੂਰ ਹੋ ਗਿਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸਾਨੂੰ ਐਕਸਪ੍ਰੈਸ ਵੇ ਮਿਲਣ ਲੱਗਾ। ਹੁਣ ਐਕਸਪ੍ਰੈਸ ਵੇ ਵੀ ਉਹਦੇ ਨਾਲ ਕੱਟ ਕੇ ਤੇ ਪਤਾ ਲੱਗਾ ਇੱਧਰ ਨੂੰ ਚਲਾ ਗਿਆ। ਇਹਦੇ ਉੱਤੇ ਕਾਂਗਰਸੀਆਂ ਨੇ ਵੀ ਰੋਸ ਕੀਤਾ, ਭਾਜਪਾ ਵਾਲਿਆਂ ਨੇ ਵੀ ਕੀਤਾ ਜੀ। ਅਕਾਲੀ ਕਿਸੇ ਨੇ ਕੀਤਾ ਕਿ ਨਹੀਂ ਕੀਤਾ, ਮੈਨੂੰ ਅਜੇ ਤੱਕ ਕਿਸੇ ਦਾ ਬਿਆਨ ਪੜ੍ਹਨ ਨੂੰ ਮਿਲਿਆ ਨਹੀਂ। ਚੁੱਪ ਤੋੜਨੀ ਚਾਹੀਦੀ ਉਹਨਾਂ ਨੂੰ ਵੀ, ਖੁੱਲ੍ਹ ਕੇ ਬੋਲਣਾ ਚਾਹੀਦਾ। ਜੇ ਕੇਂਦਰ ਸਰਕਾਰ ਦੇ ਵਿੱਚੋਂ ਕਿਸੇ ਨੇ ਇਹ ਸ਼ਰਾਰਤ ਕੀਤੀ ਹੈ ਉਹ ਵੀ ਸਾਹਮਣੇ ਆਉਣੀ ਚਾਹੀਦੀ ਹੈ। ਜੇ ਪੰਜਾਬ ਦੇ ਕਿਸੇ ਲੀਡਰ ਨੇ, ਕਿਸੇ ਮੰਤਰੀ, ਕਿਸੇ ਐਮਐਲਏ ਨੇ ਸ਼ਰਾਰਤ ਕੀਤੀ ਹੈ ਉਹ ਵੀ ਸਾਹਮਣੇ ਆਉਣੀ ਚਾਹੀਦੀ ਹੈ। ਇਹ ਪਤਾ ਲੱਗਣਾ ਚਾਹੀਦਾ ਕਿ ਜਿਹੜਾ ਪਲਾਨ ਅਪਰੂਵ ਹੋਇਆ ਸੀ ਅਜੇ 3.5 ਮਹੀਨੇ ਪਹਿਲਾਂ ਅੰਮ੍ਰਿਤਸਰ 'ਚ ਦੀ ਗੱਲ ਹੋਈ ਸੀ, ਉਹ ਅਚਾਨਕ ਬਦਲ ਕਿਉਂ ਗਿਆ? ਇਹਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੋਸ। ਪਰ ਇਹ ਹੋ ਕਿੱਦਾਂ ਸਕਦਾ ਪੰਸੋ? ਕਿਉਂਕਿ ਉਹ ਜਿਹੜਾ ਐਕਸਪ੍ਰੈਸ ਵੇ ਆ ਉਹ ਪਹਿਲਾਂ ਤਾਂ ਇਹ ਵੀ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਅਟਾਰੀ ਵਾਹਗਾ ਬਾਰਡਰ ਆ ਉੱਥੇ ਜਿੱਥੇ ਰੀਟਰੀਟ ਸੈਰਾਮਨੀ ਹੁੰਦੀ ਹੈ ਉਹਨੂੰ ਵੀ ਨਾਲ ਜੋੜਿਆ ਜਾਣਾ ਤੇ ਉੱਥੋਂ ਦੁਬਾਰਾ ਫਿਰ ਉਹ ਕਟੜੇ ਨੂੰ ਜਾਣਾ, ਤਾਂ ਜੋ ਜੇ ਕੋਈ ਦਿੱਲੀੋਂ ਬਾਏ ਰੋਡ ਵੀ ਉੱਥੇ ਐਜ਼ ਏ ਟੂਰਿਸਟ ਆਉਣਾ ਚਾਹਵੇ ਤਾਂ ਉਹਨੂੰ ਵੀ ਸੌਖਾ ਹੋ ਜੇ। ਹੁਣ ਟੋਟਲੀ ਉਹਨੂੰ ਸਾਰੇ ਕੁਛ ਨੂੰ ਚੱਕ ਕੇ ਤੇ ਇੱਥੋਂ ਮੋੜ ਦੇਣਾ, ਤੁਹਾਨੂੰ ਕੀ ਲੱਗਦਾ ਵੀ ਇਹ ਕੋਈ ਕਿਸੇ ਦੀ ਕੋਈ ਗੇਮ ਹੋ ਸਕਦੀ ਪੋਲੀਟੀਕਲ, ਜਾਂ ਫਿਰ ਆਪਣਾ ਉਹਨਾਂ ਖਰਚਾ ਘਟਾ ਲਿਆ ਵੀ ਪਹਿਲਾਂ ਉੱਧਰ ਜਾਵਾਂਗੇ ਉਹਦੇ ਨਾਲ ਚੰਗਾ ਇੱਧਰ ਬਾਰੇ-ਬਾਰ ਬਣਾ ਕੇ ਵਿਹਲੇ ਹੋ? ਨਹੀਂ, ਕੋਈ ਬਹੁਤ ਵੱਡਾ ਖਰਚੇ ਦਾ ਫਰਕ ਨਹੀਂ ਸੀ ਪੈਣਾ। ਅਟਾਰੀ ਵਾਹਗਾ ਬਾਰਡਰ ਤੱਕ ਤਾਂ ਐਕਸਪ੍ਰੈਸ ਵੇ ਜਾਣਾ ਹੀ ਨਹੀਂ ਸੀ ਜੀ, ਜਾਣਾ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਨਹੀਂ ਸੀ ਜੀ। ਪਰ ਜੇ ਫਰਜ਼ ਕਰੋ ਇਹ ਕਪੂਰਥਲੇ ਦੇ ਕੋਲ ਦੀ ਲੰਘਦਾ, ਜਲੰਧਰ ਕਪੂਰਥਲੇ ਦੇ ਵਿੱਚ ਦੀ ਲੰਘ ਜਾਂਦਾ ਜਾਂ ਕਪੂਰਥਲਾ ਟੱਪ ਕੇ ਲੰਘ ਜਾਂਦਾ, ਇਹ ਬਿਆਸ ਦੇ ਕੋਲ ਦੀ ਹੋ ਜਾਂਦਾ ਜੀ। ਅੱਗੋਂ ਜਾ ਕੇ ਸ੍ਰੀ ਹਰਗੋਬਿੰਦਪੁਰ ਦੇ ਲਾਗਿਓਂ ਫਰਜ਼ ਕਰੋ ਇਹ ਦਰਿਆ ਟੱਪ ਕੇ ਤੇ ਗੁਰਦਾਸਪੁਰ ਵੇਚਦੀ ਚਲ ਜਾਂਦਾ, ਇਹਦਾ ਅੰਮ੍ਰਿਤਸਰ ਵੀ ਬਹੁਤ ਨੇੜੇ ਪੈ ਜਾਣਾ ਸੀ। ਉੱਥੋਂ ਸਾਰਾ 30 ਕਿਲੋਮੀਟਰ ਅੰਮ੍ਰਿਤਸਰ ਹੈ ਜੀ, ਤੇ ਹਾਈਵੇ ਉੱਥੋਂ ਤੱਕ ਹੈਗਾ ਹੀ ਹੈਗਾ, ਲੋਕ ਸੌਖੇ ਜਾ ਸਕਦੇ ਸਨ। ਇਹਦੇ ਨਾਲ ਜਿਹੜਾ ਬਾਰਡਰ ਦਾ ਏਰੀਆ ਉਹ ਸਾਰਾ ਕਵਰ ਹੋ ਸਕਦਾ ਸੀ। ਪਹਿਲਾਂ ਪੰਡਿਤ ਨਹਿਰੂ ਦੇ ਜ਼ਮਾਨੇ ਤੋਂ ਇਹ ਸੋਚਿਆ ਗਿਆ ਸੀ ਕਿ ਜਿਹੜੀ ਬਾਰਡਰ ਬੈਲਟ ਆ ਉਹਦੇ ਨਾਲ ਨਾਲ ਸੜਕਾਂ ਇਸ ਤਰ੍ਹਾਂ ਦੀਆਂ ਬਣਾਈਆਂ ਜਾਣ ਜਿੱਥੇ ਲੋੜ ਪੈਣ ਤੇ ਆਰਮੀ ਚੁਟਕੀਆਂ 'ਚ ਪਹੁੰਚ ਸਕੇ ਜੀ। ਤੇ ਇਹਨਾਂ ਨੇ ਉਧਰ ਨੂੰ ਜਾਂਦਾ ਐਕਸਪ੍ਰੈਸ ਵੇ ਪੁੱਟ ਕੇ ਦੂਸਰੇ ਪਾਸੇ ਨੂੰ ਕਰ ਦਿੱਤਾ। ਇਹਦੇ ਪਿੱਛੇ ਕੋਈ ਨਾ ਕੋਈ ਸਿਆਸੀ ਦਿਮਾਗ ਆ, ਜਿਹੜਾ ਦਿਮਾਗ ਵਾਹਵਾ ਜ਼ਿਆਦਾ ਚੁਸਤ ਹੈ, ਕੁਝ ਲੋੜ ਤੋਂ ਥੋੜਾ ਜਿਹਾ ਜ਼ਿਆਦਾ ਚੁਸਤ ਆ। ਇਹ ਗੱਲ ਸਾਰੀ ਸਾਹਮਣੇ ਆਉਣੀ ਚਾਹੀਦੀ ਹੈ ਕਿ ਪੇਚ ਕੀ ਆ। ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਮੈਨੂੰ ਫੋਨ ਕੀਤੇ ਆ ਉਹ ਸਾਰੇ ਉਹ ਕਹਿੰਦੇ ਜੀ ਸਾਨੂੰ ਅੱਜ ਵੀ ਇਸ ਗੱਲ ਦਾ, ਸਾਨੂੰ ਬਠਿੰਡੇ ਦੇ ਲੋਕਾਂ ਨਾਲ ਕੋਈ ਰੰਜ ਨਹੀਂ, ਬਲਕਿ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਕਿ ਤੁਹਾਡੇ ਕੋਲ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਚਲਾ ਗਿਆ, ਤੁਸੀਂ ਸ਼ੁਕਰ ਹੈ ਤੁਹਾਡੀ ਕੋਈ ਸੇਵਾ ਕਰੇਗਾ। ਪਰ ਸਾਨੂੰ ਇਹ ਆ ਕਿ ਸਾਡਾ ਗੁਰੂ ਨਾਨਕ ਹਸਪਤਾਲ ਸਰਕਾਰੀ ਹਸਪਤਾਲ ਇਹਦੀ ਡਿਵੈਲਪਮੈਂਟ ਉਦੋਂ ਇਸ ਕਰਕੇ ਰੁਕ ਗਈ ਸੀ ਕਿ ਇੱਥੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਉਣ ਲੱਗਾ, ਉਹ ਆਇਆ ਨਾ, ਇਹਦੀ ਡਿਵੈਲਪਮੈਂਟ ਰੋਕ ਦਿੱਤੀ ਗਈ। ਨਾ ਪਿਛਲੀ ਸਰਕਾਰ ਨੇ ਕੀਤੀ, ਨਾ ਹੁਣ ਵਾਲੀ ਸਰਕਾਰ ਦੇ ਵੇਲੇ ਅਜੇ ਤੱਕ ਹੋ ਰਹੀ ਆ। ਇਹ ਕੰਮ ਰੁਕਿਆ ਪਿਆ। ਇਹਦੇ ਵਿੱਚ ਕੀ ਗੜਬੜਿਆ ਸਾਹਮਣੇ ਲੋਕਾਂ ਦੇ ਆਉਣੀ ਚਾਹੀਦੀ ਆ। ਚਲੋ ਕੀ ਪਤਾ, ਜਿੱਦਾਂ ਉਹ ਪਹਿਲਾਂ ਹੁਸ਼ਿਆਰਪੁਰ ਲੱਗੇ ਨਹੀਂ ਜੀ ਸੜਕ ਨਿਕਲਣੀ ਤੇ ਅਗਲਾ ਕਲੋਨੀਆਂ ਕੱਟਣ ਦਾ ਹਿਸਾਬ ਕਿਤਾਬ ਲਾ ਲਿਆ, ਕੁਛ ਇਹੋ ਜਿਹੀ ਗੱਲ ਵੀ ਹੋ ਸਕਦੀ। ਉਹ ਕਲੋਨੀਆਂ ਦੇ ਮਾਮਲੇ ਵਿੱਚ ਜੀ ਜਿਹੜੇ ਐਸਡੀਐਮ ਨੂੰ ਅੱਗੇ ਲਾ ਕੇ ਸਾਰਾ ਕੁਝ ਕੀਤਾ ਗਿਆ ਸੀ ਜੀ, ਜਦੋਂ ਉਹਦੇ ਵਾਰੰਟ ਨਿਕਲ ਆਏ ਉਹਨੂੰ ਇੱਥੋਂ ਖੜੇ ਪੈਰ ਟਰਾਂਸਫਰ ਕਰਵਾ ਦਿੱਤੀ ਗਈ ਤੇ ਟਰਾਂਸਫਰ ਕਰਾ ਕੇ ਹੁਸ਼ਿਆਰਪੁਰ ਤੋਂ ਬਾਕੀ ਸਾਰਾ ਪੰਜਾਬ ਛੱਡ ਦਿੱਤਾ। ਲੰਬੀ 'ਚ ਜਾ ਕੇ ਲਾਇਆ ਗਿਆ ਸੀ ਰਿਟਰਨਿੰਗ ਅਫਸਰ ਜੀ। ਕਿਉਂ? ਕਿਉਂਕਿ ਬੰਦਾ ਦਬਾਅ ਥੱਲੇ ਆ, ਉਦੋਂ ਅਗਲੇ ਪਾਸੇ ਅਸੈਂਬਲੀ ਚੋਣਾਂ ਸੀ, ਇਹ 'ਚੋਂ ਪਤਾ ਨਹੀਂ ਲੱਗ ਜਾਂਦਾ ਕੌਣ ਕੀ ਕਰਦਾ ਪਿਆ। ਉਹਨੂੰ ਹੁਸ਼ਿਆਰਪੁਰ ਪੁੱਟ ਕੇ ਉੱਥੇ ਕਿਉਂ ਲਾਇਆ ਪਿਆ ਸੀ ਜੀ, ਜਿਹਦੇ ਖਿਲਾਫ ਕੇਸ ਸੀ। ਵੋਟਾਂ ਪੈ ਗਈਆਂ ਤੇ ਰਿਜ਼ਲਟ ਨਿਕਲਣ ਤੋਂ ਪਹਿਲਾਂ ਉਹ ਡਿਊਟੀ ਛੱਡ ਕੇ ਜ਼ਮਾਨਤਾਂ ਕਰਾਉਂਦਾ ਫਿਰਦਾ ਸੀ ਜੀ। ਆਪਾਂ ਕਰੋਨਾ ਵਾਲੇ ਪਾਸੇ ਆਈਏ ਪੰਨੂ ਸਾਹਿਬ, ਤਾਂ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਵੱਖਰੀ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਹੁਣ ਤੱਕ ਚਾਈਨਾ ਦੇ ਨਾਲ ਇੱਧਰਲੇ ਅਮਰੀਕਾ, ਕੈਨੇਡਾ ਜਾਂ ਯੂਰਪ ਦੀਆਂ ਟਸਲਾਂ ਤਾਂ ਆਪਾਂ ਸੁਣਦੇ ਸੀ, ਪਰ ਜਿਹੜਾ ਹੁਣ ਆਸਟ੍ਰੇਲੀਆ ਦੀ ਗੱਲ ਨਿਕਲਦੀ ਆਉਂਦੀ ਹੈ ਕਿ ਆਸਟ੍ਰੇਲੀਆ ਤੇ ਚਾਈਨਾ ਦੇ ਵਿੱਚ ਬਹੁਤ ਇਸ ਚੀਜ਼ ਨੂੰ ਲੈ ਕੇ ਤਲਖੀ ਹੈ, ਉਹ ਕੀ ਕਹਾਣੀ ਹੈ ਜੀ? ਦੇਖੋ, ਕੁਝ ਪਿੰਡਾਂ ਵਿੱਚ ਜਿੱਦਾਂ ਲੋਕ ਹੁੰਦੇ ਆ ਨਾ, ਸਰਪੰਚ ਦੇ ਜਾਂ ਕਿਸੇ ਧੜੱਲੇਦਾਰ, ਜੈਲਦਾਰ ਜਾਂ ਮੈਂਬਰ ਪੰਚਾਇਤ ਦੇ ਖੰਗੂਰੇ ਤੇ ਲੱਗੇ, ਉਹ ਅੱਖ ਮਾਰਦਾ ਪੈ ਜਾ ਫਲਾਣੇ ਨੂੰ ਜੀ। ਇੱਦਾਂ 4-5 ਦੇਸ਼ ਨੇ ਜਿਹੜੇ ਅਮਰੀਕਾ ਦੀ ਅੱਖ ਤੇ ਲੱਗੇ ਆ, ਉਹ ਇਸ਼ਾਰਾ ਕਰਦਾ, ਇਹ ਜਿਹਦੇ ਗੱਲ ਪੈਣਾ ਪੈ ਜਾਂਦੇ ਆ। ਉਹ ਕਹਿੰਦਾ ਆਪਾਂ ਚੱਲੇ ਅਫਗਾਨਿਸਤਾਨ ਨੂੰ, ਇਹ ਕਹਿੰਦਾ ਤੇਰੇ ਤੋਂ ਪਹਿਲਾਂ ਅਸੀਂ ਜਾ ਕੇ ਮੋਰਚੇ ਕੱਢਦੇ ਹਾਂ ਜੀ। ਉਹ ਕਹਿੰਦਾ ਮੈਂ ਚੱਲਿਆ ਇਰਾਕ ਨਾਲ ਲੜਨ, ਇਹ ਕਹਿੰਦਾ ਤੇਰੇ ਪਹੁੰਚਣ ਤੋਂ ਪਹਿਲਾਂ ਅਸੀਂ ਪਹੁੰਚ ਜਾਵਾਂਗੇ। ਹਰ ਵਕਤ ਪਰਨਾ ਮੋਢੇ ਤੇ ਰੱਖਦੇ ਨੇ ਜੀ। ਉਹ ਦੇਸ਼ ਜਿਹੜੇ ਆ ਉਹਨਾਂ ਦੇ ਵਿੱਚੋਂ ਹੀ ਆਸਟ੍ਰੇਲੀਆ ਗਿਣਿਆ ਜਾਂਦਾ। ਆਸਟ੍ਰੇਲੀਆ ਦੀ ਸਰਕਾਰ ਨੇ, ਹਾਲਾਂਕਿ ਆਸਟ੍ਰੇਲੀਆ 'ਚ ਕਰੋਨਾ ਦੀ ਇਸ ਵੇਲੇ ਐਡੀ ਵੱਡੀ ਪ੍ਰੋਬਲਮ ਕੋਈ ਨਹੀਂ ਜੀ। ਜਿਨ੍ਹਾਂ ਦੇਸ਼ਾਂ ਵਿੱਚ ਪ੍ਰੋਬਲਮ ਹੈ ਉੱਥੇ ਬੋਲਣ ਸੋ ਬੋਲਣ, ਆਸਟ੍ਰੇਲੀਆ ਨੂੰ ਇਸ ਵੇਲੇ ਲੋੜ ਕੋਈ ਨਹੀਂ ਸੀ। ਖੰਗੂਰਾ ਉੱਧਰੋਂ ਵੱਜਾ ਡੋਨਲਡ ਟਰੰਪ ਵੱਲੋਂ ਤੇ ਇਹਨਾਂ ਨੇ ਮੁੱਛਾਂ ਤਾੜ ਦੇ ਕੇ ਆਖਿਆ ਕੋਈ ਗੱਲ ਹੀ ਨਹੀਂ ਸਾਹਿਬ ਜੀ, ਆਪਾਂ ਤੁਹਾਡੇ ਤੋਂ ਪਹਿਲਾਂ। ਇਹਨਾਂ ਬਿਆਨ ਦੇ ਦਿੱਤਾ ਕਿ ਚੀਨ ਦੇ ਖਿਲਾਫ
ਇੰਡੀਪੈਂਡੈਂਟ ਕਮਿਸ਼ਨ ਬਣਾ ਕੇ ਇਨਕੁਆਇਰੀ ਹੋਣੀ ਚਾਹੀਦੀ ਹੈ। ਚੀਨ ਦੇ ਰਾਜਦੂਤ ਨੇ ਕੱਲ ਉੱਥੇ ਆਸਟ੍ਰੇਲੀਆ 'ਚ ਇੱਕ ਬਕਾਇਦਾ ਇੰਟਰਵਿਊ ਦਿੱਤੀ ਆ ਜੀ। ਉਹਨੇ ਆਖਿਆ ਜੀ ਇਹ ਲੜਾਈ ਹੋਰ ਤਰ੍ਹਾਂ ਦੀ ਆ, ਤੁਹਾਨੂੰ ਆਸਟ੍ਰੇਲੀਆ ਵਾਲਿਆਂ ਨੂੰ ਇਹਦੇ 'ਚ ਨਹੀਂ ਕੁੱਦਣਾ ਚਾਹੀਦਾ। ਤੁਸੀਂ ਇਹ ਨਾ ਸਮਝੋ ਕਿ ਚੀਨ ਦਾ ਇੱਥੇ ਆ ਕੇ ਮਾਲ ਵਿਕਦਾ। ਤੁਸੀਂ ਇਹ ਵੇਖੋ ਤੁਹਾਡਾ ਉੱਥੇ ਕਿੰਨਾ ਕੁਛ ਜਾਂਦਾ ਚੀਨ 'ਚ ਜੀ। ਜਿੰਨਾ ਆ ਬੀਫ ਜਾਂਦਾ ਪਿਆ, ਆ ਤੁਹਾਡਾ ਭੇਜਿਆ ਮੀਟ ਉੱਥੇ ਚੀਨੀ ਖਾਂਦੇ ਪਿਆ। ਤੇ ਕੱਲ੍ਹ ਨੂੰ ਜੇ ਚੀਨੀ ਇਹ ਸੋਚ ਲੈਣ ਕਿ ਇਸ ਦੇਸ਼ ਦਾ ਸਾਡੇ ਨਾਲ ਰਵੱਈਆ ਦੁਸ਼ਮਣਾਂ ਵਾਲਾ, ਤੇ ਤੁਹਾਡਾ ਮੀਟ ਮੂਟ ਤਾਂ ਉੱਥੇ ਕਿਸੇ ਨਹੀਂ ਖਾਣਾ। ਤੁਹਾਡੇ ਕੋਲ ਟੂਰਿਸਟ ਜਿੰਨੇ ਆਉਂਦੇ ਆ ਉਹਨਾਂ 'ਚ ਹਿਸਾਬ ਲਾ ਲਓ ਕਿ ਚੀਨੀ ਲੋਕ ਕਿੰਨੇ ਆਉਂਦੇ ਇੱਥੇ ਸੈਰ ਸਪਾਟੇ ਵਾਸਤੇ। ਜੀ। ਫਿਰ ਚੀਨੀ ਲੋਕ ਇਸ ਕਰਕੇ ਨਹੀਂ ਆਉਣਗੇ ਕਿ ਉਸ ਦੇਸ਼ ਦੇ ਵਿੱਚ ਸਾਡੇ ਵਾਸਤੇ ਨਫ਼ਰਤ ਦੀ ਇੱਕ ਹਨੇਰੀ ਝੁੱਲਦੀ ਪਈ ਆ ਤੇ ਅਸੀਂ ਉੱਥੇ ਜਾ ਕੇ ਕੀ ਕਰਨਾ। ਜੀ। ਤੁਹਾਡੀਆਂ ਯੂਨੀਵਰਸਿਟੀਆਂ 'ਚ ਚੀਨੀ ਬੱਚੇ ਕਿੰਨੇ ਆਉਂਦੇ ਆ, ਔਰ ਉਹਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਸਾਡੇ ਬੱਚਿਆਂ ਨੂੰ ਪੜ੍ਹਾ ਕੇ ਸਾਡੇ ਸਿਰ ਕੋਈ ਅਹਿਸਾਨ ਨਹੀਂ ਕਰ ਰਹੇ। ਤੁਸੀਂ ਚੀਨੀ ਬੱਚਿਆਂ ਨੂੰ ਇਸ ਕਰਕੇ ਪੜ੍ਹਾਉਂਦੇ ਆ ਕਿ ਉਹਨਾਂ ਬੱਚਿਆਂ ਤੋਂ ਬਹੁਤ ਮੋਟੀ ਰਕਮ ਤੁਹਾਨੂੰ ਮਿਲਦੀ ਆ, ਤੁਹਾਡੇ ਬਜਟ ਦਾ ਇੱਕ ਕਾਫੀ ਵੱਡਾ ਹਿੱਸਾ ਵਿੱਚੋਂ ਆ ਰਿਹਾ। ਜੀ। ਤੁਸੀਂ ਇਹ ਵੇਖ ਲਓ ਤੁਹਾਡੀ ਇਕਾਨਮੀ 'ਤੇ ਕੀ ਅਸਰ ਪਵੇਗਾ। ਚੀਨ ਦੇ ਲੋਕ ਆਪਣੇ ਬੱਚਿਆਂ ਨੂੰ ਫਿਰ ਇੱਥੇ ਨਹੀਂ ਭੇਜਣਗੇ। ਉਹ ਉੱਥੇ ਕਿਉਂ ਭੇਜਣਗੇ ਜਿਹੜੇ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਨਫ਼ਰਤ ਵਾਲਾ ਵਿਹਾਰ ਕੀਤਾ ਜਾ ਰਿਹਾ। ਇਹ ਤੁਸੀਂ ਸੋਚ ਲਓ ਕਿ ਸਾਡੇ ਤੇ ਤੁਹਾਡੇ ਦੁਵੱਲੇ ਸੰਬੰਧ ਵਿਗੜਨਗੇ। ਕਰੋਨਾ ਵਾਇਰਸ ਦਾ ਮਾਮਲਾ ਕੀ ਹੈ, ਅਮਰੀਕਾ ਜਾਣੇ ਚੀਨ ਜਾਣੇ, ਇਹ ਤੁਹਾਡਾ ਕੰਮ ਨਹੀਂ। ਜੀ। ਹੁਣ ਇਹਦਾ ਕਰਕੇ ਜਿਹੜੀ ਉਹਨੇ ਕੱਲ੍ਹ ਦੀ ਇਹ ਘੂਰੀ ਵੱਟੀ ਆ ਔਰ ਜਿੱਦਾਂ ਦੀ ਕੌੜੀ ਸ਼ਬਦਾਵਲੀ ਵਰਤੀ ਹੈ, ਉਹਦੇ ਤੋਂ ਬਾਅਦ ਆਸਟ੍ਰੇਲੀਆ ਵਾਲੇ ਅਜੇ ਤੱਕ ਚੁੱਪ ਹੈ। ਹੁਣ ਉਧਰੋਂ ਜਿਹੜਾ ਅਮਰੀਕਾ ਉਹਦੇ ਨਾਲ ਸਾਂਝਾ ਇਸ ਤਰ੍ਹਾਂ ਦੀਆਂ ਕਿ ਉਹਨੂੰ ਛੱਡ ਨਹੀਂ ਸਕਦੇ। ਜੀ। ਇੱਧਰਲੇ ਪਾਸੇ ਇਹ ਆ ਕਿ ਜੇ ਲੋੜ ਪਈ, ਮੁਸ਼ਕਲ ਬਣੀ ਤੇ ਚੀਨ ਵਾਲਿਆਂ ਨੇ ਹੱਥ ਖਿੱਚ ਲਿਆ ਪਿੱਛੇ, ਤੇ ਉਸ ਤੋਂ ਬਾਅਦ ਅਮਰੀਕਾ ਐਡੀ ਦੂਰੋਂ ਨਹੀਂ ਬੋੜਨਾ। ਅਮਰੀਕਾ ਤੇ ਆਪ ਆਪਣੀ ਉਲਝਣਾਂ 'ਚ ਫਸਿਆ ਪਿਆ। ਜੀ। ਸਾਰੀ ਦੁਨੀਆ ਕਹਿੰਦੀ ਹੈ ਕਿ ਜਿਸ ਤਰ੍ਹਾਂ ਸੈਕੰਡ ਵਰਲਡ ਵਾਰ ਨੇ, ਦੂਸਰੀ ਸੰਸਾਰ ਜੰਗ ਨੇ, ਦੁਨੀਆ ਦੀ ਸਰਦਾਰੀ ਪੂੰਜੀਪਤੀ ਦੇਸ਼ਾਂ ਦੀ ਇੰਗਲੈਂਡ ਤੋਂ ਖੋ ਕੇ, ਬ੍ਰਿਟੇਨ ਤੋਂ ਖੋ ਕੇ ਤੇ ਉਹਨਾਂ ਨੂੰ ਅਮਰੀਕਾ ਨੂੰ ਦੇ ਦਿੱਤੀ ਸੀ। ਇਸ ਕਰੋਨਾ ਦੀ ਜੰਗ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਪਿਆ, ਬਹੁਤ ਸਾਰੇ ਆਰਥਿਕ ਮਾਹਿਰ ਇਹ ਕਹਿੰਦੇ ਆ ਕਿ ਇਹਦੇ ਬਾਅਦ ਜਦੋਂ ਹਾਲਾਤ ਦਿਨ ਥੋੜ੍ਹੇ ਜਿਹੇ ਬਦਲਣੇ ਆ ਤੇ ਇਹ ਹੋ ਸਕਦਾ ਕਿ ਜਿਹੜਾ ਆਪਣੇ ਆਪ ਨੂੰ ਮਹਾਸ਼ਕਤੀ ਅਖਵਾਉਂਦਾ ਉਹਦੀ ਥਾਂ ਤੇ ਸਰਦਾਰੀ ਕਿਸੇ ਹੋਰ ਕੋਲ ਚਲ ਜਾਵੇ। ਉਹ ਕਿਹਦੇ ਕੋਲ ਜਾਊ? ਦੇਖੋ ਜਿਹੜੇ ਸਾਡੇ ਇੱਥੇ ਕਹਿੰਦੇ ਪਏ ਆ ਨਾ ਕਿ ਅਸੀਂ ਮਹਾਸ਼ਕਤੀ ਬਣਨ ਵਾਲੇ ਹਾਂ, ਇਹਨਾਂ ਉੱਤੇ ਚੇਤਾ ਰੱਖਣਾ ਚਾਹੀਦਾ ਕਿ ਮੁੰਡੇ ਨੇ ਆਖਿਆ ਸੀ ਮਾਂ ਜੇ ਨੰਬਰਦਾਰ ਬਣ ਜੇ, ਉਹ ਕਹਿੰਦੇ ਫਲਾਣੇ ਨੂੰ ਬਣਾ ਦੇਣਗੇ, ਜੋ ਵੀ ਮਰ ਗਿਆ ਫਲਾਣੇ ਨੂੰ ਬਣਾਉਣਗੇ। ਕਹਿੰਦਾ ਜੋ ਵੀ ਮਰ ਗਿਆ, ਉਹ ਆਖ ਕੇ ਕਹਿੰਦੀ ਸਾਰਾ ਪਿੰਡ ਮਰ ਜੇ, ਤੇਰੀ ਵਾਰੀ ਨਹੀਂ ਆਉਣੀ। ਆ ਇੱਥੇ ਜਿਹੜੇ ਮਹਾਸ਼ਕਤੀ ਦੇ ਭਰਮ ਲਈ ਫਿਰਦੇ ਇਹਨਾਂ ਨੂੰ ਤੇ ਰਹਿਣ ਦਿਓ। ਪਰ ਅਮਰੀਕਾ ਦਾ ਮਹਾਸ਼ਕਤੀ ਦਾ ਦਰਜਾ ਇਸ ਵੇਲੇ ਖਤਰੇ 'ਚ ਹੈ। ਉਹ ਕਿਸੇ ਵੀ ਪੁਰਾਣੇ ਸਮੇਂ ਨਾਲੋਂ ਵੱਧ ਅੱਜ ਉਹਨੂੰ ਚੈਲੰਜ ਆ। ਇਹੋ ਜਿਹੇ ਮੌਕੇ ਤੇ ਆਸਟ੍ਰੇਲੀਆ ਨੇ ਉਹਦੀ ਮਦਦ ਕਰਨ ਖਾਤਰ ਉਹਦੇ ਖੰਗੂਰੇ ਤੇ ਲੱਗ ਕੇ ਜਿਹੜੇ ਚੀਨ ਵਾਲੇ ਨੇ ਬੇਲੋੜਾ ਵਿਗਾੜ ਪਾ ਲਿਆ, ਜਦ ਕਿ ਆਸਟ੍ਰੇਲੀਆ 'ਚ ਇਹੋ ਜਿਹੀ ਬਹੁਤੀ ਸਮੱਸਿਆ ਹੀ ਨਹੀਂ। ਬਿਲਕੁਲ ਇੰਨੀ ਸਮੱਸਿਆ ਨਹੀਂ, ਤੂੰ ਇਹਦੇ 'ਚ ਉਲਝਣਾ ਨਹੀਂ ਸੀ ਚਾਹੀਦਾ। ਇੱਕ ਚੀਜ਼ ਸਮਝਾਇਓ ਪੰਨੂ ਸਾਹਿਬ ਕਿ ਚਾਈਨਾ ਦੇ ਕੋਲ ਵੀ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਹੈ, ਆਪਣੇ ਵੀ ਕੋਈ ਚੰਦ ਕਰੋੜ ਹੀ ਪਿੱਛੇ ਹੋਊਗੀ, ਕੋਈ ਬਹੁਤਾ ਫਰਕ ਨਹੀਂ। ਹੁਣ ਜਿਸ ਦੇਸ਼ ਦੇ ਕੋਲ ਸਭ ਤੋਂ ਵੱਧ ਆਬਾਦੀ ਆ, ਉਸ ਆਬਾਦੀ ਨੂੰ ਉਹ ਭਾਵੇਂ ਆਰਥਿਕ ਪੱਖੋਂ ਹੀ ਹੋਵੇ ਡੀਲ ਕਰਨ ਦੇ ਲਈ ਵਰਤ ਰਿਹਾ ਕਿ ਮੰਡੀ ਜਿਹੜੀ ਕਿੱਦਾਂ ਤੇ ਲੋਕਾਂ ਦਾ ਖਰਚ ਕਿੱਦਾਂ ਤੇ ਤੁਹਾਡੀ ਇਕਨੋਮੀ ਨੂੰ ਅਸੀਂ ਆਪਣੀ ਆਬਾਦੀ ਨਾਲ ਹਿਲਾ ਸਕਦੇ ਹਾਂ। ਤੇ ਭਾਰਤ ਤੋਂ ਵੀ ਤੇ ਵਿਦਿਆਰਥੀ ਵੀ ਜਾਂਦੇ ਆ, ਸੈਰ ਸਪਾਟੇ ਵਾਲੇ ਵੀ ਜਾਂਦੇ ਆ। ਭਾਰਤ ਦੇ ਵਿੱਚ ਚੀਜ਼ਾਂ ਵੀ ਬਹੁਤ ਸਾਰੀਆਂ ਕੰਜ਼ਿਊਮ ਹੁੰਦੀਆਂ। ਜਦੋਂ ਇਹਨਾਂ ਦੀ ਕੋਈ ਬਾਂਹ ਮਰੋੜਦਾ, ਇਹ ਤੇ ਇਹੋ ਜਿਹੀ ਕੋਈ ਧਮਕੀ ਨਹੀਂ ਦਿੰਦੇ, ਇਹਦੇ ਜਾਂਦੇ ਪੈਰਾਂ ਨੂੰ ਪੈ ਜਾਂਦੇ ਵੀ ਨਾ ਮਹਾਰਾਜ ਕਿਤੇ ਹੱਥ ਨਾ ਖਿੱਚ ਲਿਓ। ਇਹ ਸਮਝਣਾ ਨਹੀਂ ਚਾਹੀਦਾ ਚਾਈਨਾ ਤੋਂ ਕਿੱਡੀ ਵੱਡੀ ਗੱਲ ਹੈ। ਨਹੀਂ, ਜਿਹੜੇ ਚਾਈਨਾ ਵਾਲੇ ਆ ਉਹ ਇੱਕ ਦੇਸ਼ ਦੀ ਸਰਕਾਰ ਦੇ ਤੌਰ ਤੇ, ਇੱਕ ਯੂਨੀਫਾਈਡ ਕਮਾਂਡ ਦੇ ਤੌਰ ਤੇ ਇਸ ਤਰ੍ਹਾਂ ਚੱਲਦੇ ਆ ਜਿਸ ਤਰ੍ਹਾਂ ਫੌਜ ਚੱਲਦੀ ਹੈ। ਜੀ। ਸਾਡੇ ਕੋਲ ਕੀ ਹੈ, ਗੱਲਾਂ ਕਰਦੇ ਕਰਦੇ ਉੱਥੇ ਦੇਸ਼ ਦੇ ਹਿੱਤ ਭੁੱਲ ਜਾਂਦੇ ਆ ਤੇ ਯਾਰਾਂ ਦੇ ਹਿੱਤ ਯਾਦ ਰਹਿ ਜਾਂਦੇ ਆ। ਸਾਡੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਸਨ ਦੋ ਦੇਸ਼ਾਂ ਦੇ ਸੰਬੰਧਾਂ ਦਾ ਵਿਕਾਸ ਕਰਨ ਵਾਸਤੇ। ਜੀ। ਤੇ ਉਦੋਂ ਸ਼ਾਇਦ ਮਿਸਟਰ ਟੋਨੀ ਐਬਟ ਸੀਗਾ ਉੱਥੇ ਪ੍ਰਧਾਨ ਮੰਤਰੀ। ਇਹਨਾਂ ਨੇ ਉਹਦੇ ਨਾਲ ਗੱਲ ਕੀਤੀ, ਫਿਰ ਸਾਂਝੇ ਸਮਾਗਮ 'ਚ ਆਖਿਆ, ਮੈਨੂੰ ਟੋਨੀ ਕਹਿੰਦਾ ਸੀ ਇਸ ਤਰ੍ਹਾਂ ਜਿਵੇਂ ਮਤਲਬ ਟੋਨੀ ਤੇ ਉਹ ਪ੍ਰਾਇਮਰੀ ਸਕੂਲ 'ਚ ਇਕੱਠੇ ਪੜ੍ਹਦੇ ਰਹੇ ਹੁੰਦੇ ਆ। ਮੈਨੂੰ ਟੋਨੀ ਨੇ ਕਿਹਾ, ਉਹ ਗੱਲਾਂ ਕਰ ਕੇ ਲੋਕਾਂ ਆਖਿਆ ਕਿ ਇਸ ਸਾਂਝ ਦੇ ਵਿੱਚੋਂ ਭਾਰਤ ਨੂੰ ਪਤਾ ਨਹੀਂ ਕੀ ਮਿਲ ਜਾਣਾ, ਤੇ ਮਿਲਿਆ ਕੀ। ਮੋਦੀ ਸਾਹਿਬ ਦਾ ਇੱਕ ਮਿੱਤਰ ਹੈ ਮਿਸਟਰ ਅਡਾਨੀ, ਉਹਨੂੰ ਉੱਥੇ ਮਾਈਨ ਲੈ ਦਿੱਤੀ। ਇਹੋ ਜਿਹੇ ਥਾਂ ਤੇ ਮਾਈਨ ਉਹਦੀ ਮਨਜ਼ੂਰ ਕਰ ਦਿੱਤੀ ਗਈ ਜਿਹਦੇ ਉੱਤੇ ਜਿਹੜਾ ਇਲਾਕਾ ਜਿਹੜਾ ਸੀ ਐਨਵਾਇਰਨਮੈਂਟ ਦੇ, ਵਾਤਾਵਰਣ ਦੇ ਪੱਖ ਤੋਂ ਬਚਾਇਆ ਗਿਆ ਸੀ। ਲੋਕਾਂ ਨੇ ਅਪੀਲਾਂ ਕੀਤੀਆਂ, ਅਦਾਲਤਾਂ 'ਚ ਕੇਸ ਗਏ, 2-3 ਵਾਰੀ ਹਾਰ ਗਏ। ਉੱਥੋਂ ਦੀ ਸਰਕਾਰ ਇਹੋ ਜਿਹੀ ਦਾਅ 'ਤੇ ਲੱਗੀ ਵੀ ਇਹ ਤਾਂ ਅਸੀਂ ਪਾਸ ਕਰਾਉਣਾ ਹੀ ਕਰਾਉਣਾ, ਕਿਉਂਕਿ ਮੋਦੀ ਸਾਹਿਬ ਨਾਲ ਮਿੱਤਰਤਾ ਦਾ ਸਵਾਲ ਹੈ। ਜੀ।
ਚੀਨ ਵਾਲਿਆਂ ਨੇ ਅੱਜ ਤੱਕ ਆਪਣੇ ਕਿਸੇ ਲੀਡਰ ਵਾਸਤੇ, ਆਪਣੇ ਕਿਸੇ ਮਿੱਤਰ ਵਾਸਤੇ ਇਸ ਤਰ੍ਹਾਂ ਦੇ ਸੌਦਿਆਂ ਲਈ ਜ਼ੋਰ ਨਹੀਂ ਪਾਇਆ ਜਿਹੜਾ ਭਾਰਤ ਸਰਕਾਰ ਕਦੇ ਕਦੇ ਪਾ ਜਾਂਦੀ ਰਹੀ ਹੈ। ਹੁਣ ਜਿਹੜੇ ਰਾਫੇਲ ਜਹਾਜ਼ ਖਰੀਦੇ ਗਏ, ਉਹਨਾਂ ਜਹਾਜ਼ਾਂ ਦੇ ਮਾਮਲੇ ਵਿੱਚ ਵੀ ਗੱਲ ਨਿਕਲ ਆਈ ਕਿ ਸਾਰੀ ਡੀਲ ਕਰਕੇ, ਸਾਰਾ ਸਮਝੌਤਾ ਕਰਕੇ ਇਹ ਸ਼ਰਤ ਰੱਖ ਦਿੱਤੀ ਗਈ ਕਿ ਇਹਨਾਂ ਦੀ ਅਗਲੇ ਪਾਸੇ ਜਿਹੜੀ ਮੁਰੰਮਤ ਦਾ ਤੇ ਅਸੈਂਬਲਿੰਗ ਦਾ ਕੰਮ ਆ ਉਹਨਾਂ 'ਚ, ਜਾਂ ਅਪਗ੍ਰੇਡੇਸ਼ਨ ਦਾ ਕੰਮ ਆ, ਉਹ ਸਾਰੇ ਕੰਮਾਂ 'ਚ ਅੰਬਾਨੀਆਂ ਦੇ ਵਿੱਚੋਂ ਛੋਟਾ ਅੰਬਾਨੀ ਜਿਹੜਾ ਅਨਿਲ ਹੈ, ਉਹਦੀ ਕੰਪਨੀ ਨੂੰ 31,000 ਕਰੋੜ ਦਾ ਠੇਕਾ ਮਿਲੇਗਾ। ਚੀਨ ਵਾਲੇ ਇਦਾਂ ਨਹੀਂ ਕਰਦੇ। ਚੀਨ ਵਾਲੇ ਜਦੋਂ ਜਾਂਦੇ ਆ, ਉਹ ਹਰ ਇੱਕ ਗੱਲ ਉਹਨਾਂ ਦੀ ਫੈਸਲਾ ਉੱਥੇ ਹੁੰਦਾ, ਉਹਨਾਂ ਦੀ ਯੂਨੀਫਾਈਡ ਕਮਾਂਡ 'ਚ, ਇੱਕ ਥਾਂ ਤੇ ਉਹਨਾਂ ਦੀ ਇੱਕੋ ਇੱਕ ਕਮਾਂਡ ਹੈ, ਉੱਥੋਂ ਫੈਸਲਾ ਹੋਇਆ ਹੁੰਦਾ। ਉਹਨਾਂ 'ਚੋਂ ਕਿਸੇ ਦੀ ਇਹ ਜ਼ਰੂਰਤ ਨਹੀਂ ਕਿ ਜਾ ਕੇ ਵੱਖਰੇ ਤੌਰ ਤੇ ਨਿੱਜੀ ਹਿੱਤ ਲੈ ਸਕੇ। ਇਸ ਕਰਕੇ ਉਹ ਜਿਹੜੇ ਯੂਨੀਫਾਈਡ ਕਮਾਂਡ ਵਾਲੇ ਆ, ਉਹ ਦੇਸ਼ ਹਿੱਤ 'ਚ ਫੈਸਲੇ ਕਰ ਰਹੇ ਹੁੰਦੇ ਆ। ਸਾਡੇ ਇਹ ਆ ਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਇਦਾਂ ਚੱਲੀ ਜਾਂਦਾ। ਕਰੋਨਾ ਦੀ ਸਥਿਤੀ ਓਵਰਆਲ ਜੇ ਆਪਾਂ ਵੇਖਣੀ ਹੋਵੇ ਮੁਲਕਾਂ ਦੇ ਵਿੱਚ ਕੀ ਹੈ ਜੀ, ਮੈਨੂੰ ਇਹ ਹੈ ਕਿ ਵੀ ਆਪਾਂ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਤਾਂ ਬਹੁਤ ਹਾਲਾਤ ਮਾੜੇ ਆ। ਸ਼ਾਇਦ ਇਹੀ ਹਾਲਾਤ ਵੇਖ ਕੇ ਉਹ ਜਿਹੜੀ ਡਾਕਟਰ ਆ ਉਹ ਇੰਨੀ ਡਿਪਰੈਸ਼ਨ 'ਚ ਚਲੀ ਗਈ ਜੀ। ਚਲੋ ਡਾਕਟਰ ਦੀ ਗੱਲ ਅਸੀਂ ਬਾਅਦ 'ਚ ਕਰ ਲੈਂਦੇ। ਜਿਹੜੇ ਦੇਸ਼ਾਂ ਦੇ ਹਾਲਾਤ ਨੇ ਦੁਨੀਆ ਦੇ, ਜੀ ਹੁਣ ਤੱਕ 2,18,000 ਤੋਂ ਵੱਧ ਮੌਤਾਂ ਦੁਨੀਆ ਭਰ 'ਚ ਹੋ ਚੁੱਕੀਆਂ, ਜਿਹਦੇ 'ਚੋਂ 59,000 ਤੋਂ ਵੱਧ ਇਕੱਲੇ ਅਮਰੀਕਾ 'ਚ ਨੇ, ਤੇ ਅਮਰੀਕਾ ਦੀਆਂ 59,000 ਦੇ ਵਿੱਚੋਂ 23,000 ਤੋਂ ਵੱਧ ਉਸ ਨਿਊਯਾਰਕ ਸਟੇਟ ਦੀਆਂ ਨੇ, ਜਿੱਥੇ ਉਹ ਡਾਕਟਰ ਕੁੜੀ ਜਿਹੜੀ ਡਾਕਟਰ ਲੋਰਨ ਬਰੀਨ ਹੈ, ਉਹਨੇ ਖੁਦਕੁਸ਼ੀ ਕੀਤੀ ਹੈ ਜੀ। ਇਹਦੇ ਤੋਂ ਇਲਾਵਾ ਇਟਲੀ ਦੇ ਵਿੱਚ 27,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ, ਸਪੇਨ 'ਚ 24,000 ਤੋਂ ਥੋੜ੍ਹੀਆਂ ਜਿਹੀਆਂ ਘੱਟ ਨੇ, ਫਰਾਂਸ ਵਿੱਚ 23,500 ਟੱਪ ਗਈਆਂ ਨੇ, ਯੂਕੇ ਯਾਨੀ ਬਰਤਾਨੀਆ ਦੇ ਵਿੱਚ 21,500 ਤੋਂ ਟੱਪ ਚੁੱਕੀਆਂ ਨੇ। ਸਾਡੇ ਗੁਆਂਢੀ ਪਾਕਿਸਤਾਨ ਦੇ ਵਿੱਚ ਜਿਹੜੀਆਂ ਮੌਤਾਂ ਨੇ ਉਹ 350 ਹੈ ਤੇ ਕੇਸ 15,000 ਦੇ ਨੇੜੇ ਪਹੁੰਚ ਚੁੱਕੇ ਆ। ਭਾਰਤ ਵਿੱਚ ਅਜੇ ਵੀ ਸਮੱਸਿਆ ਮਹਾਰਾਸ਼ਟਰ ਦੀ ਆ। ਦਿੱਲੀ ਦਾ ਰੌਲਾ ਪਾਉਂਦੇ ਬਹੁਤ ਜ਼ਿਆਦਾ, ਪਰ ਦਿੱਲੀ 'ਚ ਅੱਜ 5ਵਾਂ ਦਿਨ ਹੋ ਗਿਆ, ਇੱਕ ਵੀ ਮੌਤ ਨਹੀਂ ਹੋਈ। ਅਸੀਂ ਰੋਜ਼ 54 ਗਣੀਆਂ ਨੇ, 54 ਗਿਣੀ ਜਾਂਦੇ ਹਾਂ ਤੇ ਸੁੱਖ ਮੰਗਾਂਗੇ ਕਿ 54 ਤੇ ਹੀ ਉਹ ਟਿਕਿਆ ਰਹੇ। ਤੇ ਜਿਹੜਾ ਮਹਾਰਾਸ਼ਟਰ ਇਹਨਾਂ ਦੇ ਕੰਟਰੋਲ 'ਚ ਨਹੀਂ ਆ ਰਿਹਾ, ਉਹਦੇ 'ਚ ਹੁਣ ਤੱਕ 400 ਮੌਤਾਂ ਹੋ ਚੁੱਕੀਆਂ ਨੇ, 9,500 ਦੇ ਨੇੜੇ ਤੇੜੇ ਕੇਸ ਹੋ ਗਏ ਨੇ। ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਹੋਮ ਸਟੇਟ ਗੁਜਰਾਤ ਦੇ ਵਿੱਚ ਮੌਤਾਂ ਦੇ ਪੱਖੋਂ ਦੂਜਾ ਨੰਬਰ, ਉੱਥੇ ਉਹਦਾ 181 ਮੌਤਾਂ ਹੋ ਗਈਆਂ ਨੇ, 3744 ਕੇਸ ਨੇ। ਮੱਧ ਪ੍ਰਦੇਸ਼ ਦੇ ਵਿੱਚ ਵੀ ਭਾਜਪਾ ਸਰਕਾਰ ਆ, ਉੱਥੇ 120 ਮੌਤਾਂ ਹੋ ਚੁੱਕੀਆਂ ਨੇ। ਦਿੱਲੀ ਦੇ ਵਿੱਚ ਮੈਂ ਪਹਿਲਾਂ ਦੱਸਤਾ ਕਿ 54 ਤੋਂ ਜੇ ਨਹੀਂ ਵੱਧ ਰਹੀਆਂ, ਤੇ ਰਾਜਸਥਾਨ ਵਾਲਿਆਂ ਨੇ ਵੀ ਕੰਟਰੋਲ ਕੀਤਾ, 51 ਮੌਤਾਂ ਤੱਕ ਗੱਲ ਅਟਕੀ ਖੜੀ ਆ। ਸਾਡੇ ਪੰਜਾਬ ਦੇ ਵਿੱਚ ਹੁਣ ਤੱਕ 19 ਮੌਤਾਂ ਹੋ ਚੁੱਕੀਆਂ ਨੇ ਤੇ 333 ਕੇਸ ਨੇ। ਇਹ ਸਥਿਤੀ ਆ ਕਰੋਨਾ ਦੀ, ਦੁਨੀਆ ਦੀ, ਦੇਸ਼ ਦੀ ਤੇ ਸਾਡੇ ਆਪਣੇ ਪੰਜਾਬ ਦੀ। ਪਰ ਪੰਜਾਬ 'ਚ ਜਿਹੜਾ ਨੀਤੀ ਆਯੋਗ ਨੇ ਕਿਹਾ ਜੀ ਕਿ ਵੀ 10,000 ਤੋਂ ਵੱਧ ਇੱਥੇ ਕੇਸ ਹੋ ਸਕਦੇ ਆ, ਫਿਰ ਉਹ ਕੀ ਕਹਾਣੀ ਹੈ? ਮੇਰਾ ਖਿਆਲ ਨੀਤੀ ਆਯੋਗ ਵਾਲਿਆਂ ਨੇ ਕਿਤੇ ਡੋਨਲਡ ਟਰੰਪ ਵਾਲਾ ਫਾਰਮੂਲਾ ਵਰਤ ਲਿਆ ਜਾਪਦਾ ਜੀ। ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ 1,00,000-2 ਲੱਖ ਬੰਦੇ ਮਰ ਜਾਣ, ਤੇ ਉੱਥੋਂ ਤੱਕ ਜਾ ਕੇ ਜੇ ਰੋਕ ਲਿਆ ਫਿਰ ਠੀਕ ਆ। ਇੱਕ ਗੋਲ ਸੈੱਟ ਕਰ ਦਿੱਤਾ ਸੀ ਜੀ। ਆ ਨੀਤੀ ਆਯੋਗ ਦੀ ਜਿਹੜੀ ਰਿਪੋਰਟ ਆਈ ਹੈ ਇਹ ਵੀ ਉਸੇ ਕਿਸਮ ਦੀ ਹੈ। ਅਜੇ ਕੇਸ ਤਾਂ ਪੰਜਾਬ ਦੇ ਵਿੱਚ ਹੋਏ ਨੇ ਸਾਰੇ 333 ਕੇਸ। ਕੱਲ ਜਦੋਂ 300 ਤੋਂ ਵੀ ਘੱਟ ਕੇਸ ਸੀ, 300 ਤੋਂ ਥੋੜੇ ਜਿਹੇ ਵੱਧ ਕੇਸ ਸੀਗੇ, ਉਦੋਂ ਨੀਤੀ ਆਯੋਗ ਦੀ ਰਿਪੋਰਟ ਆ ਗਈ ਸਾਹਮਣੇ ਕਿ ਉਹ ਕਹਿੰਦੇ ਆ ਕਿ ਇਹ 10,000 ਤੱਕ ਜਾ ਸਕਦੇ ਆ। 10,000 ਤੱਕ ਜਾ ਸਕਦੇ, ਤੁਸੀਂ ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਕਰਦੇ ਪਏ ਹੋ। ਨਾਲੇ ਤੁਸੀਂ ਕਹਿੰਦੇ ਆ ਇਲਾਜ ਦੀ ਵੈਕਸੀਨ ਆਈ ਖੜੀ ਆ, ਨਾਲ ਤੁਸੀਂ ਕਹਿੰਦੇ ਅਸੀਂ ਪਲਾਜ਼ਮਾ ਨਾਲ ਟ੍ਰੀਟਮੈਂਟ ਸ਼ੁਰੂ ਕਰਤਾ, ਨਾਲ ਤੁਸੀਂ 36 ਕਿਸਮ ਦੀਆਂ ਹੋਰ ਗੱਲਾਂ ਕਰਦੇ ਆ। ਤੁਸੀਂ ਕਹਿੰਦੇ ਸਾਡੇ ਰਿਕਵਰੀ ਵੱਧ ਰਹੀ ਆ, ਤੇ ਫਿਰ ਇੱਕਦਮ 10,000 ਦਾ ਅੰਕੜਾ ਛੱਡ ਕੇ ਲੋਕਾਂ ਦਾ ਤਰਾਹ ਕਾਹਨੂੰ ਕੱਢਤਾ? ਜੇ ਤੁਹਾਡਾ ਨੀਤੀ ਆਯੋਗ ਇਹ ਚੰਗਾ ਭਲਾ ਪੰਡਿਤ ਨਹਿਰੂ ਦੇ ਵੇਲੇ ਤੋਂ ਲੈ ਕੇ ਵਾਜਪਾਈ ਤੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਤੱਕ ਪਲੈਨਿੰਗ ਕਮਿਸ਼ਨ ਹੁੰਦਾ ਸੀ, ਇਹ ਹਿੰਦੀ ਕਰਨ ਦਾ ਅੱਜ ਕੱਲ੍ਹ ਇੱਕ ਬੜਾ ਚੱਕਰ ਚੱਲਿਆ ਪਿਆ। ਹਿੰਦੀ ਉਸ ਹਿੰਦੀ ਦੇ ਚੱਕਰ ਵਿੱਚ ਪਲੈਨਿੰਗ ਨੂੰ ਲੋਕੀ ਕਹਿੰਦੇ ਆ ਨੀਤੀ, ਤੇ ਜਿਹੜਾ ਕਮਿਸ਼ਨ ਆ ਉਹਨੂੰ ਹਿੰਦੀ 'ਚ ਕਹਿੰਦੇ ਆ ਆਯੋਗ, ਐੜੇ ਨੂੰ ਕੰਨਾ ਪਾ ਕੇ। ਜੇ ਕੰਨਾ ਨਾ ਪਿਆ ਹੋਵੇ ਤੇ ਫਿਰ ਆਯੋਗ ਹੁੰਦਾ ਵੀ ਕਿਸੇ ਕੰਮ ਦਾ ਨਹੀਂ। ਉਹ ਜਿਹੜਾ ਆਯੋਗ ਬਣਾਤਾ, ਨੀਤੀ ਆਯੋਗ, ਉਹਦੇ ਵਿੱਚ ਪਤਾ ਨਹੀਂ ਕਿੱਦਾਂ ਦੇ ਲੋਕ ਨੇ। ਜਿਹੜੀ ਬਿਲਡਿੰਗ ਸੀਗੀ ਪਲੈਨਿੰਗ ਕਮਿਸ਼ਨ ਦੀ, ਉੱਥੋਂ ਸਭ ਕੁਝ ਸਿਰਫ ਕਲੈਰੀਕਲ ਅਮਲਾ ਫੈਲਾ। ਜਿਹੜੇ ਵੱਡੇ ਪਲੈਨਰ ਨੇ ਉਹ ਸਾਰੇ ਦੇ ਸਾਰੇ ਪ੍ਰਧਾਨ ਮੰਤਰੀ ਦਫ਼ਤਰ 'ਚ ਬਿਠਾਤੇ ਆ। ਉਹ ਕਿੱਦਾਂ ਦੇ ਪਲੈਨਰ ਨੇ ਕਿ ਰਿਪੋਰਟ ਬਣਾਈ ਆ ਤੇ ਉਹ ਫਟਾਫਟ ਲੀਕ ਵੀ ਹੋ ਗਈ ਤੇ ਬਾਹਰ ਵੀ ਆ ਗਈ ਆ, ਤੇ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ 10,000 ਤੱਕ ਕੇਸ ਜਾ ਸਕਦੇ ਆ। ਪਹਿਲਾਂ ਹੀ 10,000 ਦਾ ਗੋਲ ਮਿਥ ਦਿੱਤਾ ਗਿਆ ਕਿ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਜੇ ਪ੍ਰਵਾਹ ਪ੍ਰਭੂ ਨਾ ਕਰੋ। ਨਹੀਂ, ਹੋਰ ਕਿਸੇ ਸਟੇਟ 'ਚ ਵੀ ਕਿਹਾ ਕਿ ਨਹੀਂ, ਬਾਕੀਆਂ ਦੀ ਅਜੇ ਗੱਲ ਸਾਹਮਣੇ ਨਹੀਂ ਆਈ। ਅਜੇ ਪੰਜਾਬ ਦੀ ਸਾਡੇ ਵਾਲੀ ਜਿਹੜੀ ਸਾਹਮਣੇ ਆਈ ਆ, ਕੁਝ ਚੈਨਲਾਂ ਨੇ ਦਿੱਤੀ ਆ
ਜੇ ਇਹ ਗੱਲ ਸੱਚੀ ਹੋਵੇ ਤੇ ਰਿਪੋਰਟ ਬੜੀ ਇਮਚੋਰ, ਬੜੀ ਪਰਪੱਕਤਾ ਦੀ ਘਾਟ ਵਾਲੀ ਰਿਪੋਰਟ ਹੈ। ਇਸ ਤਰ੍ਹਾਂ ਦੀ ਰਿਪੋਰਟ ਬਣਨੀ ਨਹੀਂ ਸੀ ਚਾਹੀਦੀ। ਇਸ ਵੇਲੇ ਤੱਕ ਪੰਜਾਬ ਨੇ ਤਾਂ ਸਾਰੇ ਹਾਲਾਤ ਜਿਹੜੇ ਬੜੇ ਕੰਟਰੋਲ ਵਿੱਚ ਰੱਖੇ ਜੀ ਜੀ। ਇੱਥੇ ਤਾਂ ਮੌਤਾਂ ਬਹੁਤੀਆਂ ਹੋ ਨਹੀਂ ਰਹੀਆਂ, ਜਿੱਥੇ ਹੋ ਰਹੀਆਂ ਨੇ ਉਹਨਾਂ ਬਾਰੇ ਇਹ ਜਿੰਨੇ ਮਰਜ਼ੀ ਅੰਕੜੇ ਦੇਈ ਜਾਣ, ਪਰ ਪੰਜਾਬ ਬਾਰੇ ਅਜੇ ਉਹ ਸਥਿਤੀ ਨਹੀਂ ਸੀ ਆਈ ਕਿ ਇੱਕਦਮ ਇਹ 10,000 ਦੀ ਗੱਲ ਕਰਦੇ। ਪਰ ਕਿਤੇ ਇਹ ਤੇ ਨਹੀਂ ਜਿਹੜਾ 2-3 ਦਿਨਾਂ ਤੋਂ ਹਜ਼ੂਰ ਸਾਹਿਬ ਤੋਂ ਜਿਹੜੀ ਸੰਗਤ ਆਈ ਹੈ ਤੇ ਉਹਦੇ ਚੋਂ ਲਗਾਤਾਰ ਕੇਸ ਨਿਕਲ ਰਿਹਾ ਕਿ ਤੇ ਉਹਦਾ ਕਰਕੇ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਵੇ? ਦੇਖੋ, ਜਿਹੜੀ ਹਜ਼ੂਰ ਸਾਹਿਬ ਦੀ ਸੰਗਤ ਉੱਥੇ ਫਸੀ ਸੀ, ਤੁਹਾਨੂੰ ਪਤਾ ਸਭ ਤੋਂ ਵੱਧ ਇਸ ਗੱਲ ਤੇ ਦਵਾਈ ਤਾਂ ਅਸੀਂ ਪ੍ਰਾਈਮ ਏਸ਼ੀਆ ਵਾਲੇ ਦਿੰਦੇ ਰਹੇ ਕਿ ਉਹ ਸੰਗਤ ਨੂੰ ਪੰਜਾਬ ਮੰਗਾਇਆ ਜਾਣਾ ਚਾਹੀਦਾ, ਖਾਸ ਕਰਕੇ ਇਸ ਲਈ ਕਿ ਬਹੁਤ ਸਾਰੇ ਕਿਸਾਨ ਪਰਿਵਾਰਾਂ ਚੋਂ ਨੇ, ਉਹਨਾਂ ਦੀ ਕਣਕ ਇੱਥੇ ਪੱਕੀ ਪਈ ਹੈ, ਉਹਨਾਂ ਦੀ ਗਹਿਰਾਜੀ 'ਚ ਕੌਣ ਸਾਂਭੇਗਾ। ਅਸੀਂ ਮੁੜ ਜ਼ੋਰ ਲਾਉਂਦੇ ਸੀ ਕਿ ਉਹਨਾਂ ਨੂੰ ਮੰਗਾਇਆ ਜਾਣਾ ਚਾਹੀਦਾ, ਪਰ ਇੰਟਰਸਟੇਟ ਲਾਕਡਾਊਨ ਸੀ, ਖੁੱਲ੍ਹ ਨਹੀਂ ਸੀ ਮਿਲਦੀ। ਇਹਦੇ ਵਿੱਚ ਰਾਜਨੀਤੀ ਵੀ ਆੜੇ ਆ ਰਹੀ ਸੀ, ਹਰ ਕੋਈ ਕਹਿੰਦਾ ਸੀ ਮੈਂ ਕਰ ਦੂੰ ਜੀ, ਇਹ ਚੱਕਰ 'ਚ ਫਸਿਆ ਰਿਹਾ। ਫਿਰ ਜਦੋਂ ਦੋ ਮੁੱਖ ਮੰਤਰੀਆਂ ਦੀ ਗੱਲ ਹੋਈ ਤੇ ਉਹਦੇ ਤੋਂ ਬਾਅਦ ਗ੍ਰਹਿ ਮੰਤਰੀ ਨਾਲ ਗੱਲ ਹੋਈ, ਪਰਮਿਸ਼ਨ ਮਿਲੀ, ਪੰਜਾਬ ਸਰਕਾਰ ਨੇ ਬੱਸਾਂ ਦਾ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਮੰਗਾ ਲਿਆ। ਉਹ ਜਦੋਂ ਆ ਗਏ ਨੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਸਥਾਨਕ ਪੱਧਰ ਦੇ ਉੱਤੇ ਬਹੁਤ ਵੱਡੀ ਸਮੱਸਿਆ ਆਈ ਹੈ। ਜਿਹੜੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਬੱਸਾਂ ਆ ਰਹੀਆਂ ਨੇ, ਦੂਜੀ ਸਟੇਟ 'ਚੋਂ ਆ ਰਹੀਆਂ ਨੇ, ਦੂਜੀ ਵੀ ਨਹੀਂ, ਤੀਜੀ ਵੀ ਨਹੀਂ, ਚੌਥੀ ਤੋਂ ਆਉਂਦੇ ਪਏ ਨੇ, ਖਾਸ ਤੌਰ ਤੇ ਉਸ ਮਹਾਰਾਸ਼ਟਰ 'ਚੋਂ ਆ ਰਹੇ ਨੇ ਜਿੱਥੇ ਮੌਤਾਂ ਧੜਾ ਧੜ ਹੋ ਰਹੀਆਂ ਨੇ। ਉਹਨਾਂ ਦੇ ਆਇਆਂ ਤੇ ਪਹਿਲਾਂ ਉਹਨਾਂ ਦਾ ਚੈੱਕਅਪ ਹੋਣਾ ਚਾਹੀਦਾ ਸੀ, ਚੈੱਕਅਪ ਨਹੀਂ ਕੀਤਾ ਗਿਆ। ਨਤੀਜਾ ਕੀ ਨਿਕਲਿਆ? ਜਦੋਂ ਇਹ ਆਏ ਨੇ 5 ਕੇਸ ਪੱਟੀ ਤਹਿਸੀਲ ਦੇ ਵਿੱਚ ਭਿੱਖੀਵਿੰਡ ਦੇ ਲਾਗੇ ਸੁਰ ਸਿੰਘ ਦੇ ਵਿੱਚ ਨਿਕਲ ਆਏ, 2 ਕੇਸ ਖੇਮਕਰਨ 'ਚ ਨਿਕਲ ਆਏ, 7 ਕੇਸ ਜਿਹੜੇ ਨੇ ਉਹ ਲੁਧਿਆਣੇ 'ਚ ਨਿਕਲ ਆਏ ਨੇ। ਲੁਧਿਆਣੇ ਦੇ ਵਿੱਚ ਇਹ 7 ਤੋਂ ਇਲਾਵਾ ਮੇਰੇ ਕੋਲ ਲਿਖੇ ਪਏ ਨੇ ਹੋਰ ਨਾ। ਅੱਜ ਹੁਣ ਇੱਕ ਰਿਪੋਰਟ ਆਉਂਦੀ ਪਈ ਆ ਕਿ ਸ਼ਾਇਦ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਸਾਈਡ ਦੇ ਉੱਤੇ ਵੀ 8-10 ਕੋ ਕੇਸ ਇਸ ਤਰ੍ਹਾਂ ਦੇ ਨਿਕਲ ਆਏ ਨੇ। ਗੜ੍ਹਸ਼ੰਕਰ ਦੇ ਵਿੱਚ ਪਤਾ ਲੱਗਾ ਕਿ ਇੱਕ ਬੱਸ ਵਾਲਾ ਇਸ ਤਰ੍ਹਾਂ ਆ ਗਿਆ, ਉਹ ਸਰਕਾਰ ਨੂੰ ਦੱਸੇ ਬਗੈਰ ਉੱਥੋਂ ਬੰਦਿਆਂ ਨੂੰ ਲੈ ਕੇ ਆਇਆ, ਉਹਦੇ ਵਿੱਚੋਂ ਕੇਸ ਨਿਕਲ ਆਇਆ। ਇਹ ਸਾਰੇ ਕੇਸ ਜਿਹੜੇ ਆਉਂਦੇ ਪਏ ਨੇ, ਜਿਹੜੇ ਹਜ਼ੂਰ ਸਾਹਿਬ ਤੋਂ ਜਿੰਨੀ ਸੰਗਤ ਆ ਰਹੀ ਹੈ, ਅੱਜ ਹੁਣ ਪਤਾ ਲੱਗਾ ਕਿ 34 ਜਣਿਆਂ ਨੇ ਅੰਮ੍ਰਿਤਸਰ ਉੱਥੇ ਲੁਧਿਆਣੇ ਪਹੁੰਚਣਾ ਤੇ 66 ਨੇ ਸ਼ਾਇਦ ਪਟਿਆਲੇ ਪਹੁੰਚਣਾ। ਜਿਹੜੇ ਇਹ ਪਹੁੰਚਣੇ ਆ, ਇਹਨਾਂ ਸਾਰਿਆਂ ਨੂੰ ਆਉਂਦਿਆਂ ਸਾਰੀ ਕੁਆਰੰਟਾਈਨ ਕਰਕੇ ਤੇ ਪਹਿਲਾਂ ਇਹਨਾਂ ਦਾ ਸਾਰਾ ਚੈੱਕਅਪ ਹੋਣਾ ਚਾਹੀਦਾ, ਇਹਨਾਂ ਦੇ ਟੈਸਟ ਹੋਣੇ ਚਾਹੀਦੇ ਆ, ਕੋਈ ਇਹਨਾਂ 'ਚ ਇਹੋ ਜਿਹਾ ਕੇਸ ਤਾਂ ਨਹੀਂ। ਦੇਖੋ, ਜਦੋਂ ਪਹਿਲਾਂ ਪਹਿਲ ਇਹ ਪ੍ਰੋਬਲਮ ਚੱਲੀ ਸੀ ਤੇ ਰੌਲਾ ਪਿਆ ਸੀ ਕਿ ਇੱਥੇ ਬਹੁਤ ਸਾਰੇ NRI ਆਇਆ ਤੇ ਦੱਸਦੇ ਨਹੀਂ ਜੀ। ਅਸੀਂ ਇੱਥੇ ਆਖਿਆ ਸੀ ਕਿ NRIs ਨੂੰ ਆਪ ਜਾ ਕੇ ਦੱਸਣਾ ਚਾਹੀਦਾ, ਜੇ ਦੱਸ ਦੇਣਗੇ ਨਾਲੇ ਉਹਨਾਂ ਦਾ ਇਲਾਜ ਹੋ ਜਾਏਗਾ ਤੇ ਜਿਹੜੇ ਉਹਨਾਂ 'ਚੋਂ ਠੀਕ ਠਾਕ ਹੈ ਉਹਨਾਂ ਨੂੰ ਲੁਕਣ ਦੀ ਲੋੜ ਨਾ ਪਊਗੀ, ਖੁੱਲ੍ਹ ਕੇ ਆਪਣੇ ਕੰਮ ਤੇ ਕਰ ਸਕਣਗੇ, ਆਪਣੇ ਘਰਾਂ 'ਚ ਤਾਂ ਰਹਿ ਸਕਣਗੇ। ਇਹਦੀ ਥਾਂ ਦੇ ਉੱਤੇ ਦੂਸਰਾ ਹੋਣ ਲੱਗ ਪਿਆ। ਆਂਢ ਗੁਆਂਢ ਤੋਂ ਲੋਕ ਫੋਨ ਕਰਦੇ ਸੀ ਪੁਲਿਸ ਨੂੰ, ਆ ਸਾਡੇ ਗੁਆਂਢ ਇੱਕ NRI ਦਿੰਦਾ ਜੀ, ਇਹਨੂੰ ਆ ਕੇ ਚੈੱਕ ਕਰੋ। ਫਿਰ ਇੱਦਾਂ ਜਾਪਣ ਲੱਗ ਪਿਆ ਜਿਵੇਂ ਪੰਜਾਬ ਦੇ ਲੋਕ NRI ਦੇ ਦੁਸ਼ਮਣ ਹੈ ਤੇ NRI ਪੰਜਾਬ ਦੇ ਦੁਸ਼ਮਣ ਹੈ, ਜਦ ਕਿ NRI ਸਾਡੇ ਆ। ਅਸੀਂ NRI ਦੇ ਨਾਲ ਪਿਆਰ ਕਰਦੇ ਹਾਂ, ਉਹ ਪੰਜਾਬ ਦੇ ਵਿਕਾਸ ਦੇ ਵਿੱਚ, ਡਿਵੈਲਪਮੈਂਟ ਦੇ ਵਿੱਚ ਬਹੁਤ ਹਿੱਸਾ ਪਾਉਂਦੇ ਨੇ, ਪਰ ਉਹ ਇੱਕ ਵੱਖਰੀ ਕਿਸਮ ਦਾ ਮੁਹਾਨ ਬਣ ਗਿਆ ਸੀ। ਫਿਰ ਇਹ ਮੁੜ ਕੇ ਦੱਸਣਾ ਪਿਆ ਕਿ NRI ਸਾਡੇ ਆ। NRIs ਨੂੰ ਵੀ ਬੇਨਤੀ ਕਰਨੀ ਪਈ ਕਿ ਜਿੰਨੇ ਲੋਕ ਗਏ ਨੇ ਸਰਕਾਰ ਦੇ ਕੋਲ, ਪ੍ਰਸ਼ਾਸਨ ਦੇ ਕੋਲ, ਪੁਲਿਸ ਦੇ ਕੋਲ, ਉਹਨਾਂ ਨੇ ਸਾਰਾ ਕੁਝ ਲਿਖ ਕੇ ਪੁੱਛ ਕੇ ਰਿਪੋਰਟ ਲੈ ਕੇ ਤੇ ਆਖਿਆ ਚੰਗਾ ਤੁਹਾਨੂੰ ਇੰਨੇ ਦਿਨ ਹੋ ਗਏ, ਜਾਓ ਆਪਣੇ ਘਰ 'ਚ ਬੈਠੋ, ਕਿਸੇ ਨੂੰ ਕੱਖ ਨਹੀਂ ਆਖਿਆ, ਕਿਸੇ ਨੂੰ ਹੱਥਕੜੀ ਨਹੀਂ ਲਾਤੀ, ਤੁਸੀਂ ਡਰਦੇ ਕਿਉਂ? ਜਾ ਕੇ ਦੱਸੋ। ਜੋ ਦੱਸਦਾ ਤੇ ਗੱਲ ਖਤਮ ਹੋ ਗਈ ਸੀ। ਹੁਣ ਇਹ ਹਜ਼ੂਰ ਸਾਹਿਬ ਵਾਲੇ ਜਿਹੜੇ ਆ, ਇਹਨਾਂ ਵਿੱਚੋਂ ਵੀ ਬਹੁਤਿਆਂ ਨੂੰ ਇਹ ਆ ਨਾ ਜਾਓ, ਗਏ ਤੇ 14 ਦਿਨ ਬਿਠਾ ਲੈਣਗੇ, ਆਉਂਦੇ ਹੀ ਆਪਣੇ ਘਰੇ ਚਲੇ ਗਏ ਆ। ਅੱਗੋਂ ਘਰਦਿਆਂ ਨੇ ਵੀ ਇਹ ਸੋਚਿਆ ਕਿ ਜੇ ਉੱਥੇ ਗਿਆ 14 ਦਿਨ ਫੇਰ ਡੀਕਦੇ ਰਵਾਂਗੇ, ਨਾ ਦੱਸੋ। ਕਈਆਂ ਥਾਵਾਂ ਤੇ ਲੋਕਾਂ ਨੇ ਦੱਸਿਆ ਨਹੀਂ। ਹੁਣ ਜੇ ਆਂਢ ਗੁਆਂਢ ਤੋਂ ਲੋਕੀ ਫੋਨ ਕਰਕੇ ਦੱਸਣ, ਉਹ ਸਮਝਾ ਜਾਣਾ ਕਿ ਚੁਗਲੀ ਮਾਰਦੇ ਪਏ ਆ। ਇਹ ਉਹ ਆਂਢ ਗੁਆਂਢ ਵਾਲੇ ਕਿਉਂ ਨਾ ਦੱਸਣਗੇ ਕਿ ਸਾਡੇ ਗੁਆਂਢ ਇੱਕ ਬੰਦਾ ਜੀ ਉੱਥੋਂ ਆਇਆ ਹਜ਼ੂਰ ਸਾਹਿਬ ਤੋਂ, ਉਹਨੇ ਦੱਸਿਆ ਨਹੀਂ, ਇਹਨੂੰ ਚੈੱਕ ਕਰੋ। ਇਹ ਕਿਤੇ ਇਹ ਨਾ ਹੋਵੇ ਪਿੰਡ 'ਚ ਬਿਮਾਰੀ ਫੈਲਾ ਦੇ। ਜੇ ਉਹ ਲੋਕਾਂ ਨੇ ਦੱਸਣਾ ਸ਼ੁਰੂ ਕਰਤਾ, ਫਿਰ ਪਿੰਡਾਂ 'ਚ ਝਗੜੇ ਹੋਣਗੇ, ਡਾਂਗ ਸੋਟਾ ਚੱਲੇਗਾ। ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੁਸੀਂ ਸਿਆਣੇ ਬਣੋ, ਗੁਰੂ ਘਰ 'ਚੋਂ ਆਏ ਹੋ, ਗੁਰੂ ਘਰ ਦੇ ਵਿੱਚੋਂ ਕੋਈ ਸਿੱਖ ਮੱਤ ਲੈ ਕੇ ਆਈਦਾ, ਕੋਈ ਚੰਗੀ ਗੱਲ ਕਰੀਦੀ ਆ ਕੇ। ਤੁਸੀਂ ਗੁਰੂ ਘਰ 'ਚੋਂ ਇਹ ਸਿੱਖ ਕੇ ਆਏ ਕਿ ਮੂੰਹ ਲਕਾਉਂਦੇ ਫਿਰਨਾ। ਮੂੰਹ ਨਾ ਲਕਾਓ, ਮੂੰਹ ਲਕਾਉਣ ਨਾਲ ਬਦੋ ਬਦੀ ਚੋਰ ਬਣ ਜਾਓਗੇ। ਇਹਦੀ ਥਾਂ ਦੇ ਉੱਤੇ ਜਾ ਕੇ ਆਖੋ ਪ੍ਰਸ਼ਾਸਨ ਨੂੰ, ਜੀ ਅਸੀਂ ਆਏ ਆ, ਆਹ ਲਓ ਸਾਡੇ ਖੂਨ ਦੇ ਇੱਥੋਂ ਜਿਹੜੇ 2 ਬੂੰਦਾਂ ਲੈਣੀਆਂ, ਕਰਕੇ ਜੋ ਟੈਸਟ ਕਰਨਾ ਕਰ ਲਓ, ਸਾਨੂੰ ਪਤਾ ਲੱਗ ਜਾਵੇ। ਜੇ ਅਸੀਂ ਬਿਮਾਰ ਹੋਈਏ ਤੁਸੀਂ ਸਾਡਾ ਇਲਾਜ ਕਰ ਦਿਓ, ਨਾ ਬਿਮਾਰ ਹੋਈਏ ਸਾਨੂੰ ਸਰਟੀਫਿਕੇਟ ਦੇ ਦਿਓ ਕਿ ਅਸੀਂ ਠੀਕ ਠਾਕ ਆ। ਇਹਦੇ ਵਿੱਚ ਕਿਹੜੀ ਸਮੱਸਿਆ? ਇਹਦਾ ਕਰਕੇ ਪਿੰਡਾਂ 'ਚ ਕਿੰਨੀਆਂ ਸਮੱਸਿਆ ਆਉਂਦੀਆਂ ਪਈਆਂ। ਇੱਕ ਬੰਦਾ ਸਮਰਾਲੇ ਦੇ ਲਾਗਿਓਂ ਸੀ, ਉਹ ਬਠਿੰਡੇ ਨੂੰ ਗਿਆ ਸੀ, ਸਬਜ਼ੀ ਦਾ ਕਾਰੋਬਾਰ ਕਰਦਾ ਸੀ, ਫਿਰ ਕਰਫਿਊ ਲੱਗ ਗਿਆ, ਉੱਥੇ ਫਸ ਗਿਆ, 15-20 ਦਿਨ ਉੱਥੇ ਰਿਹਾ। ਉੱਥੋਂ ਔਖਾ ਸੌਖਾ ਰਾਤ ਬਰਾਤ ਤੇ ਪਿੰਡਾਂ 'ਚੋਂ ਘੁੰਮਦਾ ਪਤਾ ਨਹੀਂ ਕਿਸ ਤਰ੍ਹਾਂ ਉਹ ਆਪਣੇ ਪਿੰਡ ਆ ਗਿਆ।
ਇੱਥੇ ਆਏ ਤੋਂ ਪ੍ਰਸ਼ਾਸਨ ਨੂੰ ਉਹਨੇ ਚੈੱਕ ਵੀ ਕਰਾ ਲਿਆ, ਪਰ ਉੱਥੇ ਆਂਢ ਗੁਆਂਢ ਸਾਰੇ ਪਿੰਡ 'ਚੋਂ ਉਹਨਾਂ ਨਾਲ ਕੋਈ ਬੋਲਦਾ ਨਹੀਂ, ਉਹਨਾਂ ਨੂੰ ਕੋਈ ਸਬਜ਼ੀ ਨਹੀਂ ਦਿੰਦਾ, ਉਹਨਾਂ ਦਾ ਨਲਕਾ ਖਰਾਬ ਹੋ ਗਿਆ। ਜਿਹੜਾ ਘਰ 'ਚ ਨਲਕਾ ਲਾਇਆ ਤੇ ਸਰਕਾਰੀ ਟੂਟੀ ਤੇ ਉੱਥੇ ਪਾਣੀ ਵਾਲੀ ਹੈ ਨਹੀਂ, ਹੱਥ ਵਾਲੇ ਨਲਕੇ ਨਾਲ ਕੰਮ ਚਲਾਉਂਦੇ ਸੀ। ਨਲਕਾ ਖਰਾਬ ਹੋ ਗਿਆ, ਕੋਈ ਉਹਨਾਂ ਨੂੰ ਆਪਣੇ ਪਿੰਡ ਦੇ ਨਲਕੇ ਤੋਂ, ਆਪਣੀ ਟੂਟੀ ਤੋਂ ਜਾਂ ਆਪਣੇ ਟਿਊਬਵੈੱਲ ਤੋਂ ਪਾਣੀ ਤੱਕ ਨਹੀਂ ਲੈਣ ਦੇ ਰਿਹਾ। ਉਹ ਸੰਘ ਸੁੱਕੇ ਬੈਠੇ ਆ। ਕੱਲ ਇੱਕ ਸੋਸ਼ਲ ਆਰਗੇਨਾਈਜੇਸ਼ਨ ਵਾਲੇ NGO ਵਾਲੇ ਉੱਥੇ ਗਏ, ਉਹਨਾਂ ਨੇ ਜਾ ਕੇ ਉਹਨਾਂ ਨੂੰ ਰਾਸ਼ਨ ਵੀ ਪਹੁੰਚਾਇਆ, ਉਹਨਾਂ ਦੀ ਮਦਦ ਵੀ ਕੀਤੀ ਹੈ ਤੇ ਨਾਲ ਲੋਕਾਂ ਨੂੰ ਸਮਝਾਇਆ ਕਿ ਜੇ ਇਹੋ ਜਿਹੀ ਕੋਈ ਸਮੱਸਿਆ ਤੇ ਹਸਪਤਾਲ ਤੋਂ ਆਪਾਂ ਚੈੱਕ ਕਰਾ ਲੈਂਦੇ ਆ, ਆਹ ਸੋਸ਼ਲ ਬਾਈਕਾਟ ਕਿਉਂ ਕਰਦੇ ਪਏ ਜੇ। ਇਹ ਜਿਹੜੇ ਹਜੂਰ ਸਾਹਿਬ ਤੋਂ ਆਏ ਆ, ਕੋਈ ਪਾਪ ਕਰਕੇ ਨਹੀਂ ਆਏ, ਗਏ ਤਾਂ ਮੱਥਾ ਟੇਕਣ ਹੀ ਸੀ। ਜੇ ਮੱਥਾ ਟੇਕਣ ਗਏ ਸੀ, ਸ਼ੁੱਧ ਹਿਰਦੇ ਨਾਲ ਗਏ ਆ, ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਕੱਟੇ ਆ, ਪਰ ਇੰਨੇ ਦਿਨ ਗੁਰਦੁਆਰੇ 'ਚ ਕੱਟੇ ਆ ਨਾ, ਜਿਨ੍ਹਾਂ ਨੇ ਗੁਰੂ ਘਰ 'ਚ ਇੰਨੇ ਦਿਨ ਕੱਟੇ ਆ, ਉਹਨਾਂ ਨੂੰ ਇਸ ਵੇਲੇ ਮੂੰਹ ਲੁਕਾਉਣਾ ਨਹੀਂ ਚਾਹੀਦਾ, ਖੁੱਲ੍ਹ ਕੇ ਆਖਣਾ ਚਾਹੀਦਾ ਜੀ ਅਸੀਂ ਗਏ ਸਾਂ, ਅਸੀਂ ਆ ਗਏ ਹਾਂ। ਕੋਈ ਆਖੇ ਜੀ ਅਸੀਂ ਤੁਹਾਨੂੰ ਬੁਲਾਇਆ, ਹਾਂਜੀ ਤੁਸੀਂ ਬੁਲਾਇਆ। ਦੂਜਾ ਆਖੇ ਜੀ ਅਸੀਂ ਤੁਹਾਨੂੰ ਮੰਗਾਤਾ, ਹਾਂਜੀ ਤੁਸੀਂ ਮੰਗਾਇਆ। ਤੀਜਾ ਆਖੇ ਜੀ ਅਸੀਂ ਬੱਸਾਂ ਕਰਦੇ, ਜੀ ਤੁਹਾਡੀ ਵੀ ਮਿਹਰਬਾਨੀ, ਪਰ ਅਸੀਂ ਹੁਣ ਇੱਥੇ ਆ ਗਏ ਹਾਂ, ਆ ਜਿਹੜਾ ਚੈੱਕ ਕਰਨਾ ਕਰ ਲਓ। ਲੁਕਣ ਦੀ ਲੋੜ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਜਦੋਂ ਲੁਕਦੇ ਫਿਰਨਗੇ ਤੇ ਉਹਦੇ ਨਾਲ ਨਤੀਜਾ ਮਾੜਾ ਹੁੰਦਾ। ਇੱਕ ਛੋਟੀ ਜਿਹੀ ਗੱਲ ਮੈਨੂੰ ਕਿਉਂ ਲੱਗਦਾ ਪੁੰਨ ਸਾਹਿਬ ਕਿ ਵੀ ਇਹ ਪਲੈਨਿੰਗ ਦੀ ਘਾਟ ਵੀ ਆ ਸਰਕਾਰੀ ਤੌਰ ਤੇ। ਜਦੋਂ ਸਰਕਾਰ ਨੇ ਇੱਥੋਂ ਬੱਸਾਂ, ਉਹਨਾਂ ਨੂੰ ਪਤਾ ਸੀ ਵੀ ਆਹ ਬੱਸਾਂ ਜਾਣੀਆਂ ਤੇ ਇਸ ਜ਼ਿਲ੍ਹੇ 'ਚ ਆਉਣੀਆਂ, ਇਸ ਥਾਂ ਤੇ ਆਉਣੀਆਂ, ਤੇ ਉਹ ਪਹਿਲਾਂ ਵੀ ਤੇ ਹੱਲ ਕੀਤਾ ਹੀ ਜਾ ਸਕਦਾ ਸੀ ਨਾ ਵੀ ਆਹ ਜੇ ਮਤਲਬ 4-5 ਬੱਸਾਂ ਜਿਹੜੀਆਂ ਵੀ ਇੱਥੇ ਆਉਣੀਆਂ, ਉਹਨਾਂ ਨੂੰ ਟੈਸਟ ਕਰਕੇ ਜੇ ਕੋਈ ਕਿਸੇ ਨੂੰ ਰੱਖਣ ਦੀ ਲੋੜ ਆ ਤੁਸੀਂ ਰੱਖਣਾ। ਅਲੱਗ-ਅਲੱਗ ਜਿੰਨੇ ਵੀ ਜ਼ਿਲ੍ਹੇ ਨੇ ਹਰੇਕ ਪ੍ਰਸ਼ਾਸਨ ਨੂੰ ਕਹਿ ਦਿੱਤਾ ਜਾਂਦਾ ਤੇ ਉਹ ਜ਼ਿਆਦਾ ਵਧੀਆ ਨਹੀਂ। ਪਲੈਨਿੰਗ ਦੀ ਘਾਟ ਤਾਂ ਇੱਥੇ ਵੀ ਲੱਭਦੀ ਹੈ। ਪਹਿਲਾਂ ਇੱਥੋਂ ਜਲੰਧਰ ਤੋਂ ਇੱਕ ਬੀਬੀ ਸਿਵਲ ਸਰਜਨ ਦਾ, ਮੈਡੀਕਲ ਸੁਪਰਡੈਂਟ ਦਾ ਤਬਾਦਲਾ ਕੀਤਾ ਗਿਆ ਜੀ। ਇਸ ਕਰਕੇ ਕੀਤਾ ਗਿਆ ਕਿ ਜਿਹੜਾ ਪਹਿਲਾ ਕੇਸ ਇੱਥੇ ਡੈਥ ਕੇਸ ਹੋਇਆ, ਉਹਨੂੰ ਇਹਨਾਂ ਨੇ ਉੱਦਾਂ ਹੀ ਚੁਕਾਤਾ ਕਿ ਲੈ ਜਾਓ ਪਿੰਡ, ਤੇ ਬਾਅਦ 'ਚ ਆਖਿਆ ਜੀ ਉਹਦੀ ਰਿਪੋਰਟ ਪੋਜ਼ੀਟਿਵ ਆ ਗਈ ਹੈ। ਪਹਿਲਾਂ ਸਾਰਾ ਚੈੱਕ ਕਿਉਂ ਨਾ ਕੀਤਾ ਗਿਆ? ਇਹ ਵੇਖਿਆ ਗਿਆ ਕਿ ਉਹਦਾ ਕਰਕੇ ਬਾਕੀ ਲੋਕਾਂ ਤੱਕ ਵੀ ਗੱਲ ਗਈ, ਉਸ ਪਰਿਵਾਰ ਦੇ ਇੱਕ ਹੋਰ ਜੀ ਤੱਕ ਵੀ ਗਈ, ਉਦੋਂ ਉਹਦਾ ਤਬਾਦਲਾ ਕੀਤਾ ਗਿਆ ਸੀ। ਹੁਣ ਜਲੰਧਰ ਦਾ ਪ੍ਰਸ਼ਾਸਨ ਕਿੱਦਾਂ ਦਾ ਕਿ ਅੱਜ ਦੀ ਰਿਪੋਰਟ ਹੈ ਕਿ ਕੱਲ ਇੱਕ ਜਾਣੇ ਨੂੰ ਪਹਿਲਾਂ ਇਹ ਕਹਿ ਕੇ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ, ਘਰ ਭੇਜਤਾ ਗਿਆ, ਤੇ ਅੱਧੀ ਰਾਤ ਨੂੰ ਜਾ ਕੇ ਘਰੋਂ ਚੁੱਕ ਲਿਆਏ, ਕਹਿੰਦੇ ਜੀ ਤੇਰੀ ਤੇ ਰਿਪੋਰਟ ਪੋਜ਼ੀਟਿਵ ਆਈ ਹੈ। ਉਹ ਪੋਜ਼ੀਟਿਵਿਟੀ ਰਿਪੋਰਟ ਐਡੀ ਛੇਤੀ ਕਿੱਦਾਂ ਆ ਗਈ ਤੇ ਪਹਿਲਾਂ ਉਹਨੂੰ ਨੈਗੇਟਿਵ ਕਰਕੇ ਕਿਉਂ ਭੇਜਤਾ ਸੀ? ਜਿਹੜੇ ਹਜੂਰ ਸਾਹਿਬ ਤੋਂ ਆਏ ਆ, ਹੁਣ ਮੈਨੂੰ ਤਰਨਤਾਰਨ ਤੋਂ ਜਿਹੜੀ ਰਿਪੋਰਟ ਮਿਲਦੀ ਪਈ ਆ, ਉਹ ਇਹ ਕਿ ਉੱਥੇ ਕਿਸੇ ਨੇ ਪੁੱਛਿਆ ਹੀ ਨਹੀਂ। ਉਹ ਆਏ ਆ ਬੱਸਾਂ ਤੋਂ ਉਤਰ ਕੇ ਆਪੋ ਆਪਣੇ ਘਰੇ ਚਲੇ ਗਏ ਆ। ਘਰ ਦੇ ਜੀਆਂ ਨੂੰ ਜੱਫੀਆਂ ਪਾਪਾ ਮਿਲੇ ਆ ਵੀ 1.5 ਮਹੀਨੇ ਬਾਅਦ ਘਰ ਆਏ ਆ, ਸ਼ੁਕਰ ਅਸੀਂ ਘਰ ਪਹੁੰਚ ਗਏ। ਕਿਸੇ ਨੇ ਕੋਈ ਪਰਵਾਹ ਹੀ ਨਹੀਂ ਕੀਤੀ ਇਸ ਗੱਲ ਦੀ। ਜਦੋਂ ਪਰਵਾਹ ਨਹੀਂ ਕੀਤੀ ਤੇ ਨਤੀਜਾ ਇਹ ਨਿਕਲਿਆ ਕਿ ਜਦ ਉਹ ਮਹਾਰਾਸ਼ਟਰ ਤੋਂ ਰਿਪੋਰਟ ਆ ਗਈ ਕਿ ਡਰਾਈਵਰ ਜਿਹੜਾ ਸੀ ਉਹ ਕਰੋਨਾ ਪੋਜ਼ੀਟਿਵ ਹੈ, ਚੈੱਕ ਕਰਨ ਲੱਗ ਪਏ, ਫਿਰ 5 ਇੱਥੇ, 2 ਇੱਥੇ, 3 ਇੱਥੇ, ਉਹ ਸਾਰੇ ਹੁਣ ਪੋਜ਼ੀਟਿਵ ਨਿਕਲਦੇ ਪਏ ਨੇ। ਉਹਨੂੰ ਪਹਿਲਾਂ ਚੈੱਕ ਕੀਤਾ ਜਾਣਾ ਚਾਹੀਦਾ ਸੀ। ਇੱਕ ਰਿਪੋਰਟ ਅੱਜ ਮੇਰੇ ਕੋਲ ਵੀਡੀਓ ਆਈ ਹੈ ਕਿ ਉੱਥੇ ਇੱਕ ਥਾਂ ਦੇ ਉੱਤੇ ਇਹੋ ਜਿਹੇ ਕੇਸ ਵਾਲਿਆਂ ਨੂੰ ਲੈਣ ਵਾਸਤੇ ਐਂਬੂਲੈਂਸ ਭੇਜੀ ਗਈ, ਨਾਲ ਡਾਕਟਰ ਭੇਜਿਆ ਗਿਆ, ਤੇ ਉਸ ਬੰਦੇ ਨੇ ਆਖਿਆ ਜੀ ਐਸ ਐਂਬੂਲੈਂਸ 'ਚ ਜੀ ਮੈਂ ਇਹਦੇ ਚੜ੍ਹ ਜਾ, ਸਵਾਲ ਹੀ ਪੈਦਾ ਹੁੰਦਾ ਮੈਂ ਕਿੱਦਾਂ ਚੜ੍ਹ ਜਾ। ਉਹਨੇ ਜੀ ਆਹ ਸੀਟਾਂ ਦੇਖੀਆਂ ਤੁਹਾਂ, ਸਾਰੀਆਂ ਘੱਟੇ ਮਿੱਟੀ ਨਾਲ ਭਰੀਆਂ ਨੇ, ਸਾਰੀ ਐਂਬੂਲੈਂਸ ਤੇ ਤੁਹਾਡੀ ਆਪਣੇ ਆਪ ਬਿਮਾਰੀ ਦਾ ਘਰ ਬਣੀ ਪਈ ਆ। ਫਿਰ ਉੱਥੇ ਬੰਦਾ ਲਾ ਕੇ ਉਹਦੇ ਵਿੱਚੋਂ ਝਾੜੂ ਨਾਲ ਸੀਟਾਂ ਤੋਂ ਘੱਟਾ ਝਾੜਿਆ ਗਿਆ। ਕੱਚਿਆਂ ਰਾਹਾਂ ਤੋਂ ਪਤਾ ਨਹੀਂ ਕਿੱਧਰ ਦੀ ਐਂਬੂਲੈਂਸ ਗਈ ਆ, ਉਹਦੇ ਦਰਵਾਜ਼ੇ ਜਾਂ ਟੁੱਟੇ ਹੋਣਗੇ, ਉਹਦੇ 'ਚ ਇੰਨਾ ਘੱਟਾ ਮਿੱਟੀ ਪੈ ਗਿਆ। ਉਸ ਬੰਦੇ ਨੇ ਆਖਿਆ ਕਿ ਅੱਜ ਤਾਂ ਚੰਗਾ ਭਲਾ ਬੰਦਾ ਬਿਮਾਰ ਹੋ ਜੂ, ਤੁਸੀਂ ਮੈਨੂੰ ਇਹ 'ਚ ਬਿਠਾਉਣ ਲੱਗੇ ਆ। ਇਹ ਤਰਨਤਾਰਨ ਤੋਂ ਇਦਾਂ ਦੀ ਐਂਬੂਲੈਂਸ ਭੇਜੀ ਕਿਉਂ ਗਈ? ਉਹਦੀ ਵੀਡੀਓ ਕਿੱਦਾਂ ਤੁਰੀ ਫਿਰਦੀ ਹੈ? ਇਹ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ। ਬਾਕੀ ਥਾਵਾਂ ਦੇ ਉੱਤੇ ਵੀ ਜਿੱਥੇ ਜਿੱਥੇ ਇਹ ਲੋਕ ਆਉਣੇ ਸਨ, ਜਦੋਂ ਬੱਸਾਂ ਭੇਜ ਦਿੱਤੀਆਂ ਸੀ ਤੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਅਸੀਂ ਬੱਸਾਂ ਭੇਜੀਆਂ। ਇਹ ਜ਼ਿਲ੍ਹਿਆਂ ਦੇ ਜਿਹੜੇ ਅਫਸਰ ਬੈਠੇ ਆ, ਉਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਦੇ ਬੱਸਾਂ ਦੇ ਨਾਲ ਕੋਆਰਡੀਨੇਟ ਕਰਦੇ, ਉਹਨਾਂ ਨੂੰ ਕਹਿੰਦੇ ਜਿੱਥੇ ਜਿੱਥੇ ਬੱਸਾਂ ਆਉਣੀਆਂ ਸਾਨੂੰ ਆਉਂਦਿਆਂ ਪਹਿਲਾਂ ਦੱਸਿਓ, ਇਹਨਾਂ ਸਾਰਿਆਂ ਨੂੰ ਚੈੱਕ ਕਰਕੇ ਫਿਰ ਜਾਣ ਦੇਣਾ। ਪਰ ਉਹ ਸਾਰੀਆਂ ਬੱਸਾਂ ਆਈਆਂ, ਉਹ ਜਿੱਦਾਂ ਬਠਿੰਡੇ 'ਚ ਇੱਕ ਟਰੱਕ ਤੇ ਕਿੰਨੇ ਸਾਰੇ ਬੰਦੇ ਆ ਗਏ ਤੇ ਆ ਕੇ ਲੜਾਈ ਇਸ ਗੱਲ ਤੇ ਹੋ ਗਈ ਕਿ ਉਹਨਾਂ 'ਚੋਂ ਕੁਝ ਬੰਦੇ ਕਹਿੰਦੇ ਸਾਨੂੰ ਲੁਧਿਆਣੇ ਛੱਡ ਕੇ ਆਓ, ਤੇ ਟਰੱਕ ਵਾਲਾ ਕਹਿੰਦਾ ਸੀ ਮੈਂ ਉੱਥੇ ਜਾਣਾ ਨਹੀਂ। ਰੌਲਾ ਪੈ ਗਿਆ, ਪਾਸੇ ਤੋਂ ਲੋਕਾਂ ਨੇ ਪੁਲਿਸ ਨੂੰ ਫੋਨ ਕਰਤਾ। ਉੱਥੇ DSP ਹੈ ਗੁਰਜੀਤ ਸਿੰਘ ਰਮਾਣਾ, ਉਹਦੇ ਤੱਕ ਗੱਲ ਪਹੁੰਚ ਗਈ। ਉਹ ਕਾਫੀ ਐਕਟਿਵ ਹੈ, ਉਹ ਛੇਤੀ ਪਹੁੰਚ ਗਿਆ, ਜਾ ਕੇ ਸਾਰੇ ਫੜ ਲਿਆਂਦੇ ਕਿ ਪਹਿਲਾਂ ਦੱਸੋ ਇਹ ਟਰੱਕ ਉੱਥੋਂ ਇੰਨੇ ਨਾਕਿਆਂ ਤੋਂ ਲੰਘ ਕੇ ਕਿੱਦਾਂ ਆਇਆ, ਤੇ ਤੁਸੀਂ ਕੀਤਾ ਕੀ ਹੈ? ਔਰ ਫਿਰ ਉਹ ਗੱਲ ਖੁੱਲ੍ਹ ਗਈ। ਇੱਦਾਂ ਦੇ ਕਿੰਨੇ ਟਰੱਕ ਹੁਣ ਤੱਕ ਪੰਜਾਬ 'ਚ ਆ ਗਏ, ਕਿੰਨੀਆਂ ਬੱਸਾਂ ਲੁਕ ਲੁਕਾ ਕੇ ਆ ਗਈਆਂ ਨੇ, ਇਹ ਕੋਈ ਪੁੱਛਣ ਵਾਲਾ ਹੀ ਨਹੀਂ। ਆਖਿਰਕਾਰ ਇੰਟਰਸਟੇਟ ਨਾਕਿਆਂ ਤੋਂ, ਸ਼ੰਭੂ ਵਾਲੇ ਬੈਰੀਅਰ ਤੋਂ, ਔਰ ਗੰਗਾ ਨਗਰ ਵਾਲੇ ਪਾਸਿਓਂ, ਅੱਜ ਜਦੋਂ ਰੋਹਤਕ ਵੱਲੋਂ, ਹਿਸਾਰ ਵੱਲੋਂ ਬਠਿੰਡੇ 'ਚ ਐਂਟਰ ਹੁੰਦੇ ਆ, ਇਹ ਸਾਰੀਆਂ ਥਾਵਾਂ ਤੋਂ ਨਾਕਿਆਂ ਤੋਂ ਇਹ ਲੋਕ ਲੰਘ ਕਿੱਦਾਂ ਆਉਂਦੇ ਆ? ਇਹਦੀ ਕਦੇ ਪੜਤਾਲ ਹੋਣੀ ਚਾਹੀਦੀ ਜੀ। ਇਹਦਾ ਮਤਲਬ ਇਹ ਹੋ ਗਿਆ ਪੰਨੂ ਸਾਹਿਬ ਕਿ ਵੀ ਹੁਣ ਜਦੋਂ ਮਹੀਨਾ ਸਵਾ ਮਹੀਨਾ ਲੰਘ ਗਿਆ ਤੇ ਬਿਮਾਰੀ ਤੋਂ ਧਿਆਨ ਹਟ ਕੇ ਤੇ ਲੀਡਰਾਂ ਦਾ ਧਿਆਨ ਵੀ ਵੋਟਾਂ ਵਾਲੇ ਪਾਸੇ ਹੋ ਗਿਆ ਦਾ ਮਤਲਬ, ਕਿਉਂਕਿ ਚਿੱਠੀ ਜਿਹਨਾਂ ਲਿਖੀ ਉਹਨਾਂ ਨੂੰ ਵੀ ਵੋਟਾਂ ਦੇ ਦੀਆਂ, ਜਿਨ੍ਹਾਂ ਨੇ ਇੱਥੋਂ ਫਟਾਫਟ ਬੰਦੇ ਮੰਗਾ ਤੇ ਵੀ ਚਲੋ ਘਰੋਂ ਘਰੀ ਭੇਜ ਦਿਓ ਆਪਾਂ ਉਹ ਸਭ ਵੱਖਰਾ ਮਸਲਾ। ਕੱਲ ਨੂੰ ਵੋਟਾਂ ਜਿਹਨੇ ਲੈਣੀਆਂ ਆਪੋ ਆਪਣੇ ਲੈਂਦਾ ਰਹੇ, ਅਸੀਂ ਉਹਨੂੰ ਇਹਦੇ ਨਾਲ ਨਹੀਂ ਜੋੜਦੇ ਉਹਨਾਂ ਦਾ ਮਾਮਲਾ। ਇੱਕ ਟੈਨਸ਼ਨ ਵਾਲੀ ਗੱਲ ਆ, ਮੈਂ ਨਾ ਆਪਾਂ ਉਹ ਕਰ ਲਈਏ ਕਿ ਜਿਹੜਾ ਅਮਰੀਕਾ ਦੇ ਵਿੱਚ ਇੱਕ ਡਾਕਟਰ ਵੱਲੋਂ ਸੁਸਾਈਡ ਕਰ ਲੈਣਾ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਸੁਣਨ ਵਿੱਚ ਹੀ ਬੜਾ ਅਜੀਬ ਲੱਗਦਾ ਹੈ ਕਿ ਵੀ ਜਿਹਨੇ ਜਾਨ ਬਚਾਉਣੀ ਆ ਆਖਿਰਕਾਰ ਉਹਦਾ ਹੀ ਜੀਣ ਨੂੰ ਜੀਣਾ ਕਰੇ।
ਗੁਰਪ੍ਰੀਤ ਜੀ, ਇਹ ਗੱਲ ਬੜੀ ਦੁਖਦਾਈ ਹੈ ਕਿ ਡਾਕਟਰ ਲੋਰਨਾ ਬਰੀਨ ਨਿਊਯਾਰਕ ਸ਼ਹਿਰ ਦੇ ਵਿੱਚ ਹਸਪਤਾਲ 'ਚ ਡਾਕਟਰ ਸੀ ਜੀ ਔਰ ਉਹਦੀ ਡਿਊਟੀ ਸੀ ਐਮਰਜੈਂਸੀ ਰੂਮ 'ਚ। ਉੱਥੇ ਲੋਕਾਂ ਦਾ ਇਲਾਜ ਕਰਦਿਆਂ ਆਉਂਦਿਆਂ ਸਧਾਰਨ ਕੇਸ ਵੀ ਆਉਂਦੇ, ਪਰ ਬਹੁਤੇ ਕੇਸ ਕਰੋਨਾ ਵਾਲੇ ਆ ਰਹੇ ਸੀ। ਹੁਣ ਉਹਨਾਂ ਨੂੰ ਚੈੱਕ ਕਰਦਿਆਂ ਉਹਨੂੰ ਆਪ ਨੂੰ ਵੀ ਇਹਦੀ ਇਨਫੈਕਸ਼ਨ ਹੋ ਗਈ। ਉਹ ਕਈ ਦਿਨ ਹਸਪਤਾਲ 'ਚ ਰਹੀ, ਉਹਦਾ ਇਲਾਜ ਚੱਲਦਾ ਰਿਹਾ। ਜਿਸ ਦਿਨ ਉਹ ਠੀਕ ਹੋ ਗਈ, ਉਹ ਠੀਕ ਹੋ ਕੇ ਘਰ ਨਹੀਂ ਗਈ, ਫਿਰ ਉੱਥੇ ਇਲਾਜ ਕਰਨ ਲੱਗ ਪਈ ਲੋਕਾਂ ਦਾ। ਉਹਦੇ ਬਾਪ ਨੇ ਦੱਸਿਆ, ਉਹਦੇ ਫਾਦਰ ਜਿਹੜੇ ਨੇ, ਉਹਦੇ ਪਿਤਾ ਜੀ ਉਹਦੇ ਜਿਹੜੇ ਨੇ, ਉਹ ਵੀ ਬਹੁਤ ਵੱਡੇ ਸਰਜਨ ਹੈ ਜੀ। ਉਹ ਕਹਿੰਦੇ ਇਹ ਕੁੜੀ, ਇਹਦੇ ਬਾਕੀ ਕੋਲੀਗ 24 ਚੋਂ 16 ਘੰਟੇ ਕੰਮ ਕਰਦੇ ਸੀ ਤੇ ਉਹਦੇ ਤੋਂ ਬਾਅਦ ਘਰ ਆਉਣ ਦਾ ਸਮਾਂ ਨਹੀਂ ਸੀ ਹੁੰਦਾ। ਇੰਨੇ ਥੱਕੇ ਸੀ ਕਿ ਮਰੀਜ਼ਾਂ ਵਾਲੇ ਹਾਲ ਦੇ ਨਾਲ ਲੱਗਦਾ ਜਿਹੜਾ ਬਰਾਂਡਾ ਸੀ, ਉਸ ਬਰਾਂਡੇ 'ਚ ਹੀ ਸੌਂ ਜਾਂਦੇ ਸੀ। ਜਦੋਂ ਅੱਖ ਖੁੱਲ੍ਹਦੀ ਸੀ ਫਿਰ ਜਾ ਕੇ ਕੰਮ ਲੱਗ ਜਾਂਦੇ ਸੀ। ਕੰਮ ਵੱਧ ਸੀ, ਡਾਕਟਰ ਘੱਟ ਸਨ, ਪੂਰੇ ਦੇ ਪੂਰੇ ਪ੍ਰਬੰਧ ਵੀ ਨਹੀਂ ਸਨ। ਪੀਪੀ ਕਿੱਟਾਂ ਵਗੈਰਾ ਦੇ ਵਿੱਚ ਕਈਆਂ ਚੀਜ਼ਾਂ ਦੀਆਂ ਕਮੀਆਂ ਸਨ ਜੀ। ਇਹ ਡਾਕਟਰ ਇੰਨੀ ਜ਼ਿਆਦਾ ਇਹਦੇ ਤੋਂ ਡਿਪਰੈਸ਼ਨ ਚਲੀ ਗਈ ਕਿ ਮੇਰੇ ਕੋਲ ਮਰੀਜ਼ ਆਉਂਦਾ, ਮੈਂ ਉਹਨੂੰ ਚੈੱਕ ਕਰਨ ਲੱਗਦੀ ਹਾਂ, ਮੈਨੂੰ ਪਹਿਲੀ ਨਜ਼ਰੇ ਪਤਾ ਲੱਗ ਜਾਂਦਾ ਕਿ ਇਹ ਤਾਂ 15-20 ਮਿੰਟਾਂ ਤੱਕ ਇਹ ਤਾਂ ਗਿਆਸ ਹੋ ਗਿਆ। ਐਮਰਜੈਂਸੀ 'ਚ ਲੋਕ ਉਦੋਂ ਲਿਆ ਰਹੇ ਸੀ ਜਦੋਂ ਕੋਈ ਹਾਲਤ ਹੀ ਨਹੀਂ, ਦੂਸਰੇ ਹਸਪਤਾਲਾਂ 'ਚੋਂ ਰੈਫਰ ਕਰਕੇ ਕੇਸ ਭੇਜੇ ਜਾ ਰਹੇ ਸੀ ਜੀ। ਇੱਕ ਕੇਸ ਗਿਆ, ਦੂਜਾ ਗਿਆ, ਤੀਜਾ ਗਿਆ, ਵਾਰ-ਵਾਰ ਉਹਦੇ ਕੋਲੋਂ ਕੇਸ ਜਾਂਦੇ ਰਹੇ ਤੇ ਹੁਣ ਤੱਕ ਉਹਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ ਸਨ। ਉਸ ਡਾਕਟਰ ਦੇ ਨਾਲ ਇੱਕ ਕਿੱਸਾ ਹੋਰ ਜੁੜਿਆ ਕਿ ਇੱਕ ਵਾਰੀ ਡਾਕਟਰ ਤੇ ਉਹਦੇ ਕੁਝ ਦੋਸਤ ਸਾਰੇ ਰਲ ਕੇ ਸਕੀਇੰਗ ਵਾਸਤੇ ਕਿਤੇ ਚੱਲੇ ਸੀ ਤੇ ਅਚਾਨਕ ਉਹਨੇ ਵੇਖਿਆ ਕਿ ਇੱਕ ਆਦਮੀ ਤੜਫਦਾ ਪਿਆ, ਚੀਕਾਂ ਮਾਰਦਾ ਪਿਆ ਤੇ ਉਹ ਸਾਰਿਆਂ 'ਚੋਂ ਭੀੜ 'ਚੋਂ ਰਸਤਾ ਬਣਾ ਕੇ ਧੱਕੋ-ਧੱਕੀ ਅੰਦਰ ਗਈ। ਉਹਨੇ ਜਾ ਕੇ ਵੇਖਿਆ ਕਿ ਆਦਮੀ ਡਿੱਗ ਪਿਆ ਸੀ, ਮਰਨ ਆਊ ਸੀ। ਉਹਨੇ ਆਖਿਆ ਜੀ ਫਲਾਈਟ ਬਾਅਦ 'ਚ, ਫਲਾਈਟ ਦਾ ਟਾਈਮ ਹੋਇਆ ਸੀ। ਉਹਨੇ ਆਖਿਆ ਫਲਾਈਟ ਬਾਅਦ 'ਚ, ਪਹਿਲਾਂ ਮੈਂ ਇਸ ਬੰਦੇ ਦੀ ਜਾਨ ਬਚਾਉਂਗੀ। ਜਿਹੜੇ ਉਹਦੇ ਨਾਲ ਦੇ ਸੀ ਉਹਨਾਂ ਨੇ ਜਾ ਕੇ 에ਅਰਲਾਈਨ ਨੂੰ ਉਚੇਚਾ ਤਰਲਾ ਕੀਤਾ ਕਿ ਇਸ ਤਰ੍ਹਾਂ ਉਹ ਡਾਕਟਰ ਆ, ਉਹ ਪੇਸ਼ੈਂਟ ਨੂੰ ਛੱਡ ਕੇ ਨਹੀਂ ਜਾ ਸਕਦੀ, ਤੁਸੀਂ ਸਾਡੀ ਰਿਕੁਐਸਟ ਦੇ ਉੱਤੇ ਫਲਾਈਟ ਲੇਟ ਕਰ ਲਓ। ਉਹਨਾਂ ਫਲਾਈਟ ਲੇਟ ਕੀਤੀ। ਜਦੋਂ ਉਹ ਪੇਸ਼ੈਂਟ ਇੰਨੇ ਜੋਗਾ ਹੋ ਗਿਆ ਕਿ ਉਹਨੂੰ ਐਂਬੂਲੈਂਸ ਦੇ ਹਸਪਤਾਲ ਭੇਜਿਆ ਜਾ ਸਕਦਾ, ਫਸਟ ਏਡ ਵਗੈਰਾ ਕਰ ਦਿੱਤੀ, ਫਿਰ ਇਹ ਆਈ ਤੇ ਜਹਾਜ਼ ਦੇ ਚੜ੍ਹੀ ਤੇ ਉਹਨੇ ਚਿਰ ਨੂੰ ਵਾਹਵਾ ਜ਼ਿਆਦਾ ਜਹਾਜ਼ ਲੇਟ ਹੋ ਗਿਆ ਸੀ, ਸ਼ਾਇਦ ਘੰਟੇ ਸਵਾ ਘੰਟੇ ਤੋਂ ਵੀ ਵੱਧ ਜੀ। ਤੇ ਜਦੋਂ ਇਹ ਅੰਦਰ ਗਈ ਤੇ ਜਹਾਜ਼ ਦੇ ਕ੍ਰਿਊ ਨੇ, 에ਅਰ ਹੋਸਟੈਸ, ਪਾਇਲਟ, ਜਿੰਨੇ ਅੰਦਰ ਪੈਸੇਂਜਰ ਸਨ, ਉਹਨਾਂ ਸਾਰਿਆਂ ਨੇ ਤਾੜੀਆਂ ਮਾਰ ਕੇ ਦਾ ਸਵਾਗਤ ਕੀਤਾ ਸੀ। ਇਸ ਤਰ੍ਹਾਂ ਦੀ ਭਾਵਨਾ ਵਾਲੀ ਔਰਤ ਸੀ। ਪਰ ਜਦੋਂ ਉਹਨੇ ਵੇਖਿਆ ਕਿ ਮਨੁੱਖਤਾ ਦਾ ਕੀ ਹਾਲ ਹੋ ਰਿਹਾ, ਉਹ ਤੋਂ ਬਰਦਾਸ਼ਤ ਨਹੀਂ ਹੋਇਆ ਜੀ। ਉਹ ਡਿਪਰੈਸ਼ਨ 'ਚ ਚਲੀ ਗਈ, ਉਹਨੇ ਖੁਦਕੁਸ਼ੀ ਕਰ ਲਈ। ਪਰ ਮੈਂ ਇੱਕ ਗੱਲ ਦੱਸਾਂ, ਜੰਗ ਦੇ ਮੋਰਚੇ ਦੇ ਉੱਤੇ 10 ਸਿਪਾਹੀ ਬੈਠੇ, ਇੱਕ ਸਿਪਾਹੀ ਦੇ ਨਾਲ ਦਾ ਖੱਬੇ ਪਾਸੇ ਵਾਲਾ ਮਰ ਗਿਆ, ਮੁੜ ਕੇ ਉਹਦੇ ਸੱਜੇ ਪਾਸੇ ਵਾਲਾ ਵੀ ਮਰ ਗਿਆ, ਫਿਰ ਖੱਬੇ ਪਾਸੇ ਦਾ ਦੂਜਾ ਮਰ ਗਿਆ, ਫਿਰ ਸੱਜੇ ਪਾਸੇ ਦਾ ਦੂਜਾ ਮਰ ਗਿਆ। ਇੱਕ ਇੱਕ ਕਰਕੇ ਮਰਦੇ ਵੀ ਜਾਣ। ਉਸ ਜਵਾਨ ਨੂੰ ਹੌਸਲਾ ਰੱਖਣਾ ਪੈਂਦਾ। ਇਹ ਬੀਬੀ ਕਿਤੇ ਜਾ ਕੇ ਦਿਲ ਛੱਡ ਗਈ। ਦਿਲ ਨਹੀਂ ਛੱਡਣਾ ਚਾਹੀਦਾ। ਅਸੀਂ ਸਾਰੇ ਲੋਕ ਇਸ ਸੰਕਟ ਦੀ ਸਥਿਤੀ 'ਚ ਫਸੇ ਹਾਂ। ਸਾਨੂੰ ਇਹ ਨਹੀਂ ਪਤਾ ਕੱਲ੍ਹ ਨੂੰ ਸਾਡੇ 'ਚੋਂ ਕੌਣ ਹੋਵੇਗਾ, ਕੌਣ ਨਹੀਂ ਹੋਵੇਗਾ। ਉਹ ਪਰਿਵਾਰ ਦਾ ਜੀ ਵੀ ਹੋ ਸਕਦਾ, ਉਹ ਸੰਸਾਰ ਦਾ ਕਿਸੇ, ਦੁਨੀਆ ਦੇ ਕਿਸੇ ਹਿੱਸੇ ਦਾ ਵੀ ਕੋਈ ਜੀ ਹੋ ਸਕਦਾ, ਸਾਡੇ ਸਮਾਜ ਦਾ ਹਿੱਸਾ ਵੀ ਹੋ ਸਕਦਾ। ਇਹੋ ਜਿਹੀਆਂ ਸਥਿਤੀਆਂ 'ਚ ਕੀਤਾ ਕੀ ਜਾਵੇ। ਮੈਂ ਦੋ ਗੱਲਾਂ ਕਹਿਣੀਆਂ। ਇੱਕ ਤਾਂ ਯੂਕਰੇਨ ਦਾ ਡਾਕਟਰ ਹੁੰਦਾ ਸੀ, ਰੂਸ ਵਿੱਚ ਜੰਮਿਆ, ਯੂਕਰੇਨ ਚਲਾ ਗਿਆ ਸੀ, ਡਾਕਟਰ ਨਿਕੋਲਾਈ ਅਮੋਸੋਵ ਜੀ। ਉਹ ਬੰਦਾ ਪਹਿਲਾਂ ਪੜ੍ਹਾਈ ਕਰਕੇ ਮਕੈਨੀਕਲ ਇੰਜੀਨੀਅਰ ਬਣਿਆ ਸੀ ਤੇ 3 ਸਾਲ ਸ਼ਿਫਟ ਇੰਜੀਨੀਅਰ ਦੇ ਤੌਰ ਤੇ ਕੰਮ ਕਰਦਾ ਰਿਹਾ ਸੀ। ਫਿਰ ਉਹਨੇ ਡਾਕਟਰੀ ਕੋਰਸ ਕੀਤਾ, ਸਰਜਨ ਬਣ ਗਿਆ। ਸਰਜਰੀ 'ਚ ਆਮ ਤੌਰ ਤੇ ਹੁੰਦਾ ਕਿ ਦਿਲ ਦਾ ਡਾਕਟਰ ਹੋ ਰਿਹਾ, ਫੇਫੜਿਆਂ ਦਾ ਹੋ ਰਿਹਾ, ਦਿਮਾਗ ਦਾ ਹੋ ਰਿਹਾ। ਉਹ ਇਸ ਤਰ੍ਹਾਂ ਦਾ ਸੀ ਔਰ ਬਹੁਤ ਸੰਸਾਰ ਪੱਧਰ ਦਾ ਬਾਅਦ 'ਚ ਸਰਜਨ ਉਹ ਬਣਿਆ ਕਿ ਉਹਨੇ ਫੇਫੜਿਆਂ ਦੇ ਆਪਰੇਸ਼ਨ ਵੀ ਕੀਤੇ, ਉਹਨੇ ਦਿਲ ਦੇ ਵੀ ਕੀਤੇ, ਉਹਨੇ ਬ੍ਰੇਨ ਦੇ ਵੀ ਕੀਤੇ। ਉਹ ਜਿਹੜੇ ਸਾਰੇ ਆਪਰੇਸ਼ਨ ਕਰਦਾ ਰਿਹਾ। ਫਿਰ ਉਹਨੇ ਉਹ ਪੜ੍ਹਾਈ ਵਿੱਚ ਵੀ 골ਡ ਮੈਡਲਿਸਟ ਸੀ, ਡਾਕਟਰੀ ਵਿੱਚ ਵੀ 골ਡ ਮੈਡਲ ਮਿਲਿਆ। ਫਿਰ ਉਹਨੇ ਇੱਕ ਕਿਤਾਬ ਲਿਖੀ, ਬਾਤਾਂ ਦਿਲ ਦਿਮਾਗ ਦੀਆਂ। ਜੇ ਮੈਂ ਭੁੱਲਦਾ ਨਹੀਂ ਤੇ ਉਹ ਕਿਤਾਬ ਮੈਂ 1984, 85, 86 ਦੇ ਨੇੜੇ ਕਿਤੇ ਪੜ੍ਹੀ ਹੈ ਜੀ। ਉਹ ਜਿਹੜੀ ਬਾਤਾਂ ਦਿਲ ਦਿਮਾਗ ਦੀਆਂ ਕਿਤਾਬ ਸੀ, ਉਹਦੀ ਇਸੇ ਗੱਲ ਤੇ ਸੀ ਕਿ ਉਹ ਆਪਰੇਸ਼ਨ ਕਰਨ ਚੱਲਿਆ। ਇੱਕ ਛੋਟੀ ਜੀ ਬੱਚੀ ਹੈ ਜਿਹਦੇ ਉਹਨੇ ਸਿਰ ਦਾ ਆਪਰੇਸ਼ਨ ਕਰਨਾ ਜਾਂ ਦਿਲ ਦਾ ਕਰਨਾ ਸ਼ਾਇਦ। ਉਹਨੂੰ ਜਾਪਦਾ ਸੀ ਕਿ ਅੱਜ ਇਸ ਬੱਚੀ ਨੇ ਬਚਣਾ ਨਹੀਂ। ਤੇ ਜਦੋਂ ਬੱਚੀ ਨੂੰ ਪਹਿਲਾਂ ਵਾਰਡ ਵਿੱਚ ਮਿਲਣ ਗਿਆ ਤੇ ਉਹ ਅੱਗੋਂ ਆਪਣੇ ਰਿਬਨ ਨਾਲ ਖੇਡਦੀ ਹੈ, ਕਹਿੰਦੀ ਅੰਕਲ ਮੇਰੇ ਰਿਬਨ ਕਿੱਡੇ ਸੋਹਣੇ ਆ। ਜਦੋਂ ਇਹ ਆਪਰੇਸ਼ਨ ਕਰਨ ਤੱਕ, ਉਸ ਕੁੜੀ ਨੂੰ ਆਪਰੇਸ਼ਨ ਵਾਸਤੇ ਬੇਹੋਸ਼ ਕਰਨ ਤੱਕ ਜਦੋਂ ਉਹਦੇ ਵੱਲ ਵੇਖ ਰਿਹਾ ਤੇ ਇਹਦੇ ਮਨ 'ਚ ਇਹੋ ਹੀ ਘੁੰਮ ਰਿਹਾ। ਇਹ ਕਹਿੰਦੀ ਸੀ ਮੇਰੇ ਰਿਬਨ ਬਹੁਤ ਸੋਹਣੇ ਆ, ਇਹ ਕੁੜੀ ਕਿਸ ਤਰ੍ਹਾਂ ਦੀ ਹੈ। ਆਪਰੇਸ਼ਨ ਕੀਤਾ। ਉਸ ਇੱਕੋ ਆਪਰੇਸ਼ਨ ਤੇ ਉਸ ਛੋਟੀ ਜਿਹੀ ਬੱਚੀ ਦੇ ਉੱਤੇ ਉਹਨੇ ਇੱਕ ਕਿਤਾਬ ਲਿਖ ਦਿੱਤੀ ਕਿ ਡਾਕਟਰ ਨੂੰ ਕਿਹੋ ਜਿਹੇ ਹਾਲਾਤ 'ਚੋਂ ਲੰਘਣਾ ਪੈਂਦਾ, ਕਿਸ ਤਰ੍ਹਾਂ। ਆਫਟਰ ਆਲ ਡਾਕਟਰ ਵੀ ਮਸ਼ੀਨਾਂ ਨਹੀਂ,
ਡਾਕਟਰ ਵੀ ਇਨਸਾਨ ਨੇ, ਉਹਨਾਂ ਦੇ ਅੰਦਰ ਦਿਲ ਧੜਕਦਾ, ਉਹਨਾਂ ਦੀ ਮਾਨਸਿਕਤਾ ਦੇ ਉੱਤੇ ਵੀ ਅਸਰ ਹੁੰਦਾ। ਪਰ ਉਹਨੇ ਉਹਦੇ 'ਚ ਦੱਸਿਆ ਇਹ ਸੀ ਕਿ ਇਹੋ ਜਿਹੇ ਹਾਲਾਤ 'ਚੋਂ ਲੰਘਦਿਆਂ ਵੀ ਸਾਨੂੰ ਡਾਕਟਰਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ, ਕਦੇ ਸਾਡੇ ਤੋਂ ਕੋਈ ਕੇਸ ਐਕਸਪਾਇਰ ਵੀ ਹੁੰਦਾ, ਪਰ ਅਸੀਂ ਕਿੰਨੇ ਬਚਾਉਂਦੇ ਹਾਂ, ਜਿੰਨੇ ਅਸੀਂ ਬਚਾਉਂਦੇ ਹਾਂ ਉਹ ਜਿਹੜੇ ਆ ਉਹਨਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਹਾਂ, ਕਦੇ ਕਦਾਈ ਸਾਡੇ ਹੱਥੋਂ ਕੋਈ ਮੌਤ ਵੀ ਹੋ ਜਾਂਦੀ ਹੈ, ਅਸੀਂ ਜਾਣ ਕੇ ਨਹੀਂ ਕੀਤੀ, ਅਸੀਂ ਇੱਕ ਲੜਾਈ ਲੜ ਰਹੇ ਹਾਂ। ਇਸ ਲੜਾਈ ਦੇ ਮਾਮਲੇ 'ਚ ਹੀ ਮੈਂ ਤੁਹਾਨੂੰ ਦੱਸੂਗਾ ਕਿ ਦੂਸਰੀ ਸੰਸਾਰ ਜੰਗ ਦੇ ਵਿੱਚ ਇੱਕ ਵਾਰੀ ਮੋਰਚੇ ਵਿੱਚ ਇੱਕ ਫੌਜੀ ਮਰਿਆ ਪਿਆ ਮਿਲਿਆ ਸੀ, ਉੱਤੋਂ ਮੋਰਚਾ ਦੱਬਿਆ ਪਿਆ ਸੀ, ਥੋੜ੍ਹਾ ਜਿਹਾ ਮਗੋਰਾ ਦਿਸਦਾ ਸੀ। ਜਦੋਂ ਜੰਗ ਖਤਮ ਹੋਈ ਤਾਂ ਲੱਭਦੇ ਫਿਰਦੇ ਸੀ, ਉਸ ਮੋਰਚੇ ਦੇ ਵਿੱਚੋਂ ਫੌਜੀ ਮਰਿਆ ਮਿਲਿਆ, ਪਰ ਉਹਨੇ ਲਿਖਿਆ ਕੀ ਸੀ? ਮਰਨ ਤੋਂ ਪਹਿਲਾਂ ਕੱਚੇ ਮੋਰਚੇ ਦੀ, ਕੱਚੀ ਮਿੱਟੀ ਦੀ ਕੰਧ ਤੇ ਆਪਣੀਆਂ ਉਂਗਲਾਂ ਨਾਲ ਆਪਣਾ ਲਹੂ ਲਾ ਲਾ ਕੇ ਲਿਖਿਆ ਸੀ, ਮੈਂ ਮਰ ਰਿਹਾ ਪਰ ਮੈਂ ਹਥਿਆਰ ਨਹੀਂ ਸੁੱਟ ਰਿਹਾ। ਇਸ ਵੇਲੇ ਦੇ ਹਾਲਾਤ ਵਿੱਚ ਉਹ ਡਾਕਟਰ ਨੇ, ਉਹ ਰਾਹਾਂ 'ਚ ਕੰਮ ਕਰਨ ਵਾਲੇ ਆ, ਉਹ ਕਿਸੇ ਵੀ ਕਿਸਮ ਦੀ ਡਿਊਟੀ ਕਰਦੇ ਆ, ਉਹ ਫਾਇਰ ਬ੍ਰਿਗੇਡ ਵਾਲੇ ਨੇ, ਉਹ ਸਫਾਈ ਸੇਵਕ ਨੇ। ਸਾਡੇ ਸਾਰਿਆਂ ਦੇ ਜਿੰਮੇ ਇਹ ਆ ਕਿ ਇੱਕ ਅਸੀਂ ਡਾਕਟਰ ਨਿਕੋਲਾਈ ਅਮੋਸੋਵ ਨੂੰ ਚੇਤੇ ਰੱਖੀਏ, ਜਿਹਨੇ ਆਖਿਆ ਸੀ ਕਿ ਅਸੀਂ, ਸਾਡੀ ਭਾਵਨਾ ਨੇਕ ਹੋਣੀ ਚਾਹੀਦੀ ਹੈ, ਦਿਲ ਨਾ ਛੱਡੀਏ, ਸਾਨੂੰ ਇਹ ਲੜਾਈ ਲੜਨੀ ਪੈਣੀ ਹੈ। ਤੇ ਦੂਸਰਾ, ਅਸੀਂ ਕਿਉਂਕਿ ਲੜਾਈ ਲੜਦੇ ਪਏ ਹਾਂ, ਇਸ ਮੋਰਚੇ ਦੀ ਮਾਨਸਿਕਤਾ ਨੂੰ ਯਾਦ ਰੱਖੀਏ। ਮੋਰਚੇ ਦੀ ਮਾਨਸਿਕਤਾ ਇਹ ਆ ਕਿ ਭਾਵੇਂ ਖੱਬੇ ਸੱਜੇ ਵਾਲੇ ਇੱਕ ਇੱਕ ਕਰਕੇ ਸਾਡੇ ਜਾਨ ਤੋਂ ਪਿਆਰੇ ਸਾਥੀ ਵੀ ਮਰ ਜਾਣ, ਜੋ ਮਰਜ਼ੀ ਹਾਲਾਤ ਬਣ ਜਾਣ, ਮੋਰਚਾ ਨਹੀਂ ਛੱਡਣਾ। ਉਹ ਸਿਪਾਹੀ ਵਾਂਗ ਜਿਹਨੇ ਆਖਿਆ ਸੀ ਮੈਂ ਮਰ ਰਿਹਾ, ਮੈਂ ਮੋਰਚਾ ਨਹੀਂ ਛੱਡ ਰਿਹਾ, ਮੈਂ ਹਥਿਆਰ ਨਹੀਂ ਸੁੱਟ ਰਿਹਾ। ਉਸ ਡਾਕਟਰ ਕੁੜੀ ਬਹੁਤ ਚੰਗੀ ਸੀ, ਬਹੁਤ ਨੇਕ ਭਾਵਨਾ ਵਾਲੀ ਸੀ, ਬੜੀ ਉਹਨੇ ਸਮਾਜ ਦੀ ਸੇਵਾ ਕੀਤੀ। ਉਹਨੂੰ ਸ਼ਰਧਾਂਜਲੀ ਇਹੋ ਹੈ ਕਿ ਬਾਕੀ ਦੇ ਸਾਰੇ ਡਾਕਟਰ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ, ਤੇ ਜਿਹੜਾ ਬਾਕੀ ਸਮਾਜ ਆ ਉਹ ਵੀ ਇਹ ਸਮਝੇ ਕਿ ਸਾਡੇ ਡਾਕਟਰ ਸਾਡੇ ਵਾਸਤੇ ਕੀ ਕਰਦੇ ਪਏ ਆ, ਕਿਹੋ ਜਿਹੇ ਹਾਲਾਤ 'ਚੋਂ ਲੰਘਦੇ ਪਏ ਆ। 24 ਚੋਂ 16 18 ਘੰਟੇ ਕੰਮ ਕਰਕੇ ਘਰ ਆਉਣ ਜੋਗੇ ਨਹੀਂ, ਉੱਥੇ ਬਰਾਂਡੇ 'ਚ ਸੌਂ ਜਾਂਦੇ ਆ। ਸਾਡੇ ਭਾਰਤ ਵਿੱਚ ਵੀ 3 ਡਾਕਟਰ ਹੁਣ ਤੱਕ ਮਰ ਚੁੱਕੇ ਆ। ਇੱਕ ਡਾਕਟਰ ਬੀਬੀ ਇਸੇ ਤਰ੍ਹਾਂ ਹੀ ਕਰੋਨਾ ਤੋਂ ਪੋਜ਼ੀਟਿਵ ਹੋ ਗਈ ਸੀ, ਕਈ ਦਿਨ ਇਲਾਜ ਕਰਨ ਤੋਂ ਬਾਅਦ ਜਦੋਂ ਠੀਕ ਹੋਈ ਤੇ ਉਹ ਘਰ ਨਹੀਂ ਆਈ, ਫਿਰ ਉੱਥੇ ਜਾ ਕੇ ਡਿਊਟੀ ਤੇ ਲੱਗ ਗਈ ਹੈ। ਇਹ ਭਾਰਤ ਵਿੱਚ ਵੀ ਇੱਕ ਇੱਦਾਂ ਦਾ ਕੇਸ ਹੋਇਆ। ਇਸ ਕਰਕੇ ਸਾਡੇ ਸਾਰਿਆਂ ਦਾ ਫਰਜ਼ ਬਣਦਾ, ਸਮਾਜ ਦਾ ਫਰਜ਼ ਬਣਦਾ, ਜਿਵੇਂ ਮੋਰਚੇ ਤੇ ਲੜਦਾ ਸਿਪਾਹੀ ਤਾਂ ਲੜਦਾ, ਪਿੱਛੇ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਕੋਈ ਉਹਨੂੰ ਅਸਲਾ ਪਹੁੰਚਾਵੇ, ਕੋਈ ਉਹਦੇ ਵਾਸਤੇ ਹੋਰ ਸਮਾਨ ਪਹੁੰਚਾਵੇ। ਸਾਡੇ 65 ਤੇ 71 ਦੀਆਂ ਜੰਗਾਂ 'ਚ ਲੋਕੀ ਗੱਡਿਆਂ ਤੇ ਲੱਦ ਕੇ ਪਰੌਂਠਿਆਂ ਦੇ ਟੋਕਰੇ ਉਹਨਾਂ ਵਾਸਤੇ ਲੈ ਕੇ ਜਾਂਦੇ ਸੀ, ਭੁੱਜੇ ਛੋਲੇ ਲੈ ਕੇ ਜਾਂਦੇ ਸੀ। ਅਸੀਂ ਸਮਾਜ ਦੇ ਬਾਕੀ ਲੋਕ ਸਾਰੇ ਇਸ ਗੱਲ ਦਾ ਖਿਆਲ ਰੱਖੀਏ ਕਿ ਇਹ ਲੋਕ ਸਾਡੇ ਵਾਸਤੇ ਲੜ ਰਹੇ ਆ, ਭਾਵੇਂ ਅਮਰੀਕਾ 'ਚ ਲੜਦੇ ਹੋਣ, ਇਟਲੀ 'ਚ ਲੜਦੇ ਹੋਣ, ਸਪੇਨ 'ਚ ਲੜਦੇ ਹੋਣ, ਬ੍ਰਿਟੇਨ 'ਚ ਲੜਦੇ ਹੋਣ, ਭਾਰਤ ਵਿੱਚ ਲੜਦੇ ਹੋਣ ਜਾਂ ਕਿਤੇ ਹੋਰ ਲੜਦੇ ਹੋਣ। ਇਹਨਾਂ ਸਾਰਿਆਂ ਵਾਸਤੇ ਜੋ ਅਸੀਂ ਕਰ ਸਕਦੇ ਹਾਂ, ਨੇਕ ਭਾਵਨਾ ਨਾਲ ਇਹ ਸਮਝ ਕੇ ਕਿ ਇਸ ਜੰਗ ਵਿੱਚ ਸਾਨੂੰ ਵੀ ਹਿੱਸਾ ਪਾਉਣਾ ਚਾਹੀਦਾ ਭਾਈ। ਪਰ ਸਾਹਿਬ, ਇੱਕ ਪਾਸੇ ਤੇ ਤੁਸੀਂ ਦੱਸੇ ਲੋਕ, ਜਿਹੜੇ ਲੋਕ ਵਾਕਿਆ ਹੀ ਕਿਸੇ ਦੇ ਲਈ ਇੰਨਾ ਕੁਛ ਕਰਦੇ ਪਏ ਹੁਣ, ਜਿਹੜੇ ਡਾਕਟਰ, ਉਹਨੇ ਥੋੜ੍ਹਾ ਪੁੱਛਿਆ ਵੀ ਤੂੰ ਕਿਹੜੇ ਧਰਮ ਦਾ, ਕਿਹੜੀ ਜਾਤ ਦਾ, ਤੂੰ ਕਿਉਂ ਕੰਮ ਕੀਤਾ ਕਿ ਨਹੀਂ ਕੀਤਾ, ਤੇਰੇ ਤੋਂ ਮੈਨੂੰ ਕੀ ਫਾਇਦਾ। ਪਰ ਭਾਰਤ ਦੇਸ਼ ਮਹਾਨ ਜਿਹੜਾ, ਇੱਥੇ ਇਹੋ ਜਿਹੀ ਭਾਵਨਾ ਕਿਉਂ ਆ? ਕਿਉਂਕਿ ਹੁਣ ਯੂਪੀ 'ਚ ਇੱਕ MLA ਸੁਣੀ ਦਾ, ਉਹ ਕਹਿੰਦਾ ਵੀ ਜੇ ਕੋਈ ਰੇਹੜੀ ਤੇ ਮੁਸਲਮਾਨ ਸਬਜ਼ੀ ਵੇਚਣ ਆਵੇ ਤਾਂ ਤੂੰ ਸਬਜ਼ੀ ਨਾ ਲਿਓ। ਇੱਕ ਦੇ ਬਜਾਏ ਸਾਡੇ ਪ੍ਰੋਗਰਾਮ ਚੱਲਦੇ ਤੋਂ 2 ਹੋ ਗਏ ਨੇ ਜੀ। ਇੱਕ ਨੇ ਤਾਂ ਇਹ ਉਚੇਚੇ ਤੌਰ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਆਖਿਆ ਕਿ ਮੁਸਲਮਾਨ ਆਵੇ ਤੇ ਸਬਜ਼ੀ ਨਾ ਲਿਓ ਜੀ। ਦੂਸਰਾ ਵੀ ਭਾਜਪਾ ਦਾ MLA ਆ, ਤੇ ਉਹਨੇ ਉੱਥੇ ਯੂਪੀ 'ਚ ਇਹ ਆਖਿਆ, ਦੋਵੇਂ ਯੂਪੀ ਦੇ ਕੇਸ। ਉਹਨੇ ਆਪ ਜਾ ਕੇ ਇੱਕ ਰੇਹੜੀ ਵਾਲੇ ਨੂੰ ਆਖਿਆ ਤੇਰਾ ਨਾਂ ਕੀ ਆ? ਉਹ ਥੋੜ੍ਹਾ ਝਿਜਕਾ, ਨਾਂ ਦੱਸ। ਉਹਨੇ ਨਾਂ ਦੱਸਿਆ, ਕਹਿੰਦਾ ਤੇਰਾ ਅਸਲੀ ਨਾਂ ਨਹੀਂ, ਤੂੰ ਸਹੀ ਨਾਂ ਦੱਸ। ਉਹਨੇ ਸਹੀ ਨਾਂ ਦੱਸਦਾ, ਮੁਸਲਮਾਨ ਸੀ। ਉਹਨੇ ਆਖਿਆ ਤੂੰ ਹਿੰਦੂ ਨਾਂ ਕਿਉਂ ਰੱਖਿਆ? ਕਹਿੰਦਾ ਜੀ ਇੱਥੇ ਬਹੁਤ ਸਾਰੇ ਲੋਕ ਹੈ ਜਿਹੜੇ ਪ੍ਰਚਾਰ ਕਰਦੇ ਆ ਮੁਸਲਮਾਨ ਤੋਂ ਸਬਜ਼ੀ ਨਾ ਲਓ, ਤੇ ਮੈਂ ਗੁਜ਼ਾਰਾ ਵੀ ਕਰਨਾ, ਮੈਂ ਸਬਜ਼ੀ ਵੇਚਣ ਆਇਆ ਸੀ, ਹਿੰਦੂ ਨਾਂ ਥੱਲੇ ਸਬਜ਼ੀ ਵੇਚ ਰਿਹਾ ਜੀ। ਤੇ ਉਸ BJP ਵਿਧਾਇਕ ਨੇ ਉਹਨੂੰ ਧੱਕੇ ਮਾਰ ਕੇ ਕੱਢਤਾ ਕਿ ਸਬਜ਼ੀ ਲੈ ਜਾ, ਤੇਰੀ ਸਬਜ਼ੀ ਨਹੀਂ ਲੈਣੀ। ਉਹਨੂੰ ਪੁੱਛਿਆ ਗਿਆ ਇਹ ਕਿਉਂ? ਕਹਿੰਦਾ ਜੀ ਇਹੋ ਜਿਹੇ ਬੰਦਿਆਂ ਤੋਂ ਸਬਜ਼ੀ ਲੈਣ ਲੱਗਿਆ ਸਾਡੇ ਸਮਾਜ ਵਿੱਚ ਦਹਿਸ਼ਤ ਫੈਲਦੀ ਹੈ, ਇਸ ਕਰਕੇ ਇਹਨਾਂ ਤੋਂ ਸਬਜ਼ੀ ਨਹੀਂ ਲੈਣੀ ਜੀ। ਇਹ 2 ਕੇਸ ਮੈਂ ਦੱਸ ਦਿੱਤੇ, ਹੁਣ 2 ਮੈਂ ਦੂਜੇ ਦੱਸਣੇ ਚਾਹੁੰਦਾ। ਅੱਜ ਕੱਲ੍ਹ ਰੋਜ਼ੇ ਚੱਲਦੇ ਪਏ ਜੀ। ਜਿਹੜਾ ਅਸੀਂ ਇੱਥੋਂ ਦੀ ਗੱਲ ਕਰਦੇ ਪਏ ਯੂਪੀ ਦੀ, ਉਸੇ ਯੂਪੀ 'ਚ ਕੱਲ੍ਹ ਇੱਕ ਕੇਸ ਹੋ ਰਿਹਾ। ਵਿਜੇ ਰਸਤੋਗੀ ਨਾਂ ਦਾ ਬੰਦਾ ਹਸਪਤਾਲ ਵਿੱਚ ਬਿਮਾਰ ਹੈ, ਉਹਦਾ ਆਪਰੇਸ਼ਨ ਹੋਣਾ, ਉਹਦਾ ਬਲੱਡ ਗਰੁੱਪ O ਨੈਗੇਟਿਵ ਹੈ ਜੀ। ਉਹ ਨੈਗੇਟਿਵ ਗਰੁੱਪ ਮਿਲਦਾ ਨਹੀਂ, ਬਹੁਤ ਘੱਟ ਮਿਲਦਾ। ਉਹਦੇ ਪਰਿਵਾਰ ਨਾਲ ਕਿਸੇ ਨਾਲ ਗੱਲ ਕੀਤੀ, ਜਿਹਦੇ ਨਾਲ ਗੱਲ ਕੀਤੀ ਉਸ ਕੁੜੀ ਦੀ ਅੱਗੋਂ ਸਹੇਲੀ ਸੀ, ਮੁਸਲਮਾਨ ਕੁੜੀ, ਕੁੜੀ ਦਾ ਨਾਂ ਅਲੀਸ਼ਾ ਹੈ ਜੀ। ਅਲੀਸ਼ਾ ਨਾਂ ਦੀ ਕੁੜੀ ਨੂੰ ਦੱਸਿਆ ਗਿਆ, ਉਹਨੇ ਆਖਿਆ ਮੇਰਾ ਬਲੱਡ ਗਰੁੱਪ O ਨੈਗੇਟਿਵ ਹੀ ਹੈ, ਪਰ ਇੱਕ ਗੱਲ ਮੇਰੀ ਮੰਨ ਲਓ ਕਿ ਮੈਂ ਰੋਜ਼ਾ ਰੱਖਿਆ, ਸ਼ਾਮ ਨੂੰ ਜਦੋਂ ਮੈਂ
ਰੋਜ਼ਾ ਤੋੜਨਾ, ਉਹਦੇ ਤੋਂ ਬਾਅਦ ਮੈਂ ਜਾ ਕੇ ਬਲੱਡ ਦੇ ਕੇ ਆਉਂਗੀ। ਉਹ ਫਿਰ ਰੋਜ਼ਾ ਤੋੜ ਕੇ ਜਾ ਕੇ ਉਹ ਕੁੜੀ ਅਲੀਸ਼ਾ ਨਾਂ ਦੀ ਮੁਸਲਮਾਨ ਕੁੜੀ ਵਿਜੇ ਰਸਤੋਗੀ ਨਾਂ ਦੇ ਹਿੰਦੂ ਬੰਦੇ ਦਾ ਇਲਾਜ ਕਰਨ ਵਾਸਤੇ ਆਪਣਾ ਰੇਅਰ ਗਰੁੱਪ ਦਾ ਬਲੱਡ ਉਹ ਨੈਗੇਟਿਵ ਦੇਣ ਵਾਸਤੇ ਕੱਲ ਗਈ ਆ ਜੀ। ਇਹ ਛੋਟੀ ਜੀ ਗੱਲ। ਦੂਸਰੀ, ਤੁਹਾਨੂੰ ਯਾਦ ਹੋ ਪਿਛਲੇ ਸਾਲ ਆਪਾਂ ਦੋਵਾਂ ਇੱਕ ਕੇਸ ਡਿਸਕਸ ਕੀਤਾ ਸੀ ਕਿ ਇੱਕ ਹਸਪਤਾਲ ਦੇ ਵਿੱਚ ਇਸੇ ਤਰ੍ਹਾਂ ਦਾ ਕੇਸ ਸੀਗਾ, ਰੇਅਰ ਬਲੱਡ ਕੇਸ ਵਾਲਾ। ਉਹ ਬੱਚਾ ਸੀ, ਉਹਦੀ ਜਾਨ ਬਚਾਉਣ ਦਾ ਸਵਾਲ ਸੀ ਜੀ। ਉੱਥੋਂ ਕਿਸੇ ਨੇ ਫੇਸਬੁੱਕ ਤੇ ਪਾਤਾ ਕਿ ਇਸ ਗਰੁੱਪ ਦਾ ਬਲੱਡ ਨਹੀਂ ਮਿਲਦਾ ਪਿਆ ਤੇ ਉਹਦੀ ਬੱਚੇ ਦੀ ਜਾਨ ਖਤਰੇ 'ਚ। ਲਾਗਿਓ ਕੋਈ ਨਹੀਂ ਆਇਆ, ਇੱਕ ਮੁਸਲਮਾਨ ਮੁੰਡਾ ਪਹੁੰਚਿਆ। ਸਾਡੇ ਅਜੇ ਤੱਕ ਪ੍ਰਾਈਮ ਏਸ਼ੀਆ ਤੇ ਉਹ ਐਪੀਸੋਡ ਲੱਭ ਜਾਏਗਾ। ਉਸ ਮੁੰਡੇ ਨੇ ਜਾ ਕੇ ਆਖਿਆ ਜੀ ਮੇਰਾ ਬਲੱਡ ਲੈ ਲਓ। ਡਾਕਟਰ ਨੇ ਆਖਿਆ ਕਿ ਤੂੰ ਕੁਝ ਖਾਧਾ ਪੀਤਾ? ਕਹਿੰਦਾ ਨਹੀਂ। ਇਹ ਕੁਝ ਖਾ ਪੀ ਲੈ? ਕਹਿੰਦਾ ਜੀ ਮੈਂ ਰੋਜ਼ਾ ਰੱਖਿਆ, ਉਦੋਂ ਵੀ ਰੋਜ਼ੇ ਚੱਲਦੇ ਸੀ, ਮੈਂ ਖਾਣਾ ਕੁਛ ਨਹੀਂ। ਉਹ ਕਹਿੰਦੇ ਜੇ ਖਾਣਾ ਨਹੀਂ ਤੇ ਬਗੈਰ ਖਾਧੇ ਤੋਂ ਤੇਰਾ ਬਲੱਡ ਲਿਆ ਤੇ ਤੈਨੂੰ ਕੁਝ ਹੋ ਸਕਦਾ, ਅਸੀਂ ਇਹ ਰਿਸਕ ਨਹੀਂ ਲੈ ਸਕਦੇ। ਉਹ ਉੱਥੋਂ ਨਿਰਾਸ਼ ਜਿਹਾ ਹੋ ਕੇ ਚਲਾ ਗਿਆ। 15 ਮਿੰਟਾਂ ਬਾਅਦ ਆ ਕੇ ਡਾਕਟਰ ਨੂੰ ਕਹਿੰਦਾ ਲਿਆਓ ਜੀ ਜੋ ਕੋਈ ਤੁਹਾਡੇ ਕੋਲ ਖਾਣ ਵਾਲਾ, ਕੇਲੇ ਛੇਲੇ ਜੋ ਕੋਈ ਤਾਂ ਹੈਗਾ, ਫਰੂਟ ਉਹ ਮੈਨੂੰ ਦੇ ਦਿਓ। ਕਹਿੰਦੇ ਪਰ ਤੇਰਾ ਤੇ ਰੋਜ਼ਾ। ਕਹਿੰਦਾ ਜੀ ਜਦੋਂ ਤੁਸੀਂ ਇਨਕਾਰ ਕਰਤਾ ਸੀ ਬਲੱਡ ਲੈਣ ਤੋਂ, ਮੈਂ ਬਾਹਰ ਗਰਾਊਂਡ 'ਚ ਗਿਆ ਸੀ, ਉੱਥੇ ਜਾ ਕੇ ਗੋਡੇ ਟੇਕ ਕੇ ਮੈਂ ਨਮਾਜ਼ ਪੜ੍ਹੀ ਹੈ ਔਰ ਪੜ੍ਹ ਕੇ ਆਖਿਆ ਹੇ ਅੱਲਾ, ਅੱਜ ਇੱਕ ਜਾਨ ਬਚਾਉਣ ਦਾ ਸਵਾਲ ਹੈ, ਤੇਰੀ ਰਹਿਮਤ ਹੈ, ਮੈਨੂੰ ਰੋਜ਼ਾ ਤੋੜਨਾ ਪੈ ਰਿਹਾ। ਕਹਿੰਦਾ ਨਮਾਜ਼ ਮੈਂ ਪੜ੍ਹਿਆ, ਭੁੱਲ ਬਖਸ਼ਾ ਆਇਆ, ਲਿਆਓ। ਉਹਨੇ ਉਸੇ ਵੇਲੇ ਫਰੂਟ ਖਾਧਾ, ਕੇਲੇ ਖਾਧੇ, ਔਰ ਉਹਦੇ ਬਾਅਦ ਆਖਿਆ ਲਓ ਜੀ ਹੁਣ ਬਲੱਡ ਲੈ ਲਓ ਜੀ। ਇੱਦਾਂ ਦੀਆਂ ਮਿਸਾਲਾਂ ਆ ਜਿਹੜਾ ਹਿੰਦੁਸਤਾਨ ਖੜਾ, ਇਸ ਕਰਕੇ ਨਹੀਂ ਖੜਾ ਕਿ ਬੀਜੇਪੀ ਦੇ 2 ਵਿਧਾਇਕ ਕਹਿੰਦੇ ਆ ਕਿ ਮੁਸਲਮਾਨ ਤੋਂ ਸਬਜ਼ੀ ਨਾ ਲਓ, ਇਸ ਕਰਕੇ ਨਹੀਂ ਖੜਾ ਕਿ ਇੱਥੇ ਨਫ਼ਰਤ ਦੇ ਵਣਜਾਰੇ ਬਹੁਤ ਹੈ, ਇਸ ਕਰਕੇ ਖੜਾ ਕਿ ਇਸ ਹਿੰਦੁਸਤਾਨ ਦੇ ਵਿੱਚ ਲੋਕਾਂ ਦਾ ਆਪਸੀ ਭਾਈਚਾਰਾ, ਇਸ ਕਿਸਮ ਦੀਆਂ ਭਾਵਨਾਵਾਂ ਨੇ ਕਿ ਜਾਨ ਬਚਾਉਣ ਵਾਸਤੇ, ਕੋਈ ਹਿੰਦੂ ਦੀ ਜਾਨ ਬਚਾਉਣ ਵਾਸਤੇ ਮੁਸਲਮਾਨ ਰੋਜ਼ਾ ਤੋੜ ਕੇ ਵੀ ਜਾ ਰਿਹਾ। ਇਹ ਦੇਸ਼ ਇਸ ਕਰਕੇ ਖੜਾ ਜੀ। ਚਲੋ ਇਹ ਚੰਗੀਆਂ ਜਿਹੜੀਆਂ ਉਦਾਹਰਨਾਂ ਨੇ। ਇਹਦੇ ਨਾਲ ਬਾਬੇ ਕਹਿੰਦੇ ਹੁੰਦੇ ਸੀ ਨਾ ਕਿ ਧਰਤੀ ਜਿਹੜੀ ਆ ਧੌਲੇ ਬਲਦ ਦੇ ਸਿੰਘਾਂ ਤੇ ਖੜੀ ਹੈ ਜੀ। ਮੈਂ ਧੌਲਾ ਬਲਦ ਨਹੀਂ ਵੇਖਿਆ, ਨਾ ਮੈਂ ਇਸ ਗੱਲ ਨੂੰ ਮੰਨਦਾ। ਪਰ ਆ ਸਮਾਜ ਵਿੱਚ ਜਿਹੜੇ ਇਹੋ ਜਿਹੇ ਲੋਕ ਹੈ, ਇੰਨੀ ਕੁਰਬਾਨੀ ਵਾਸਤੇ ਇਹੋ ਜਿਹੇ ਮੌਕਿਆਂ ਲਈ ਅੱਗੇ ਆਉਂਦੇ ਆ, ਉਹ ਸਾਡੇ ਸਮਾਜ ਦੇ ਧੌਲੇ ਬਲਦ ਆ, ਧਰਤੀ ਇਹਨਾਂ ਦੇ ਸਿੰਘਾਂ ਤੇ ਖੜੀ ਹੈ ਜੀ। ਪਨੂ ਸਾਹਿਬ ਤੁਸੀਂ ਸਮਾਂ ਕੱਢਿਆ, ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣਾ ਖਿਆਲ ਰੱਖਣਾ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।